ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਤੇ ਤੁਹਾਡੇ ਵਾਸਤੇ ਭਾਈ ਲੈ ਕੇ ਆਇਆ ਪੰਜਾਬ ਜੀਕੇ ਦੀ ਮੈਰਾਥਨ ਕਲਾਸ। ਠੀਕ ਹੈ, ਇਹ ਕਲਾਸ ਪਹਿਲਾਂ ਵੀ ਮੇਰੀ ਲੱਗੀ ਹੋਈ ਸੀ, ਪਰ ਬੱਚਿਆਂ ਨੂੰ ਇਹ ਸੀ ਕਿ ਸਰ ਜੀ ਦੁਬਾਰੇ ਕਲਾਸ ਲਾਓ, ਦੁਬਾਰੇ ਲਾਓ, ਦੁਬਾਰੇ ਲਾਓ ਤੇ ਮੈਸੇਜ ਕਰੀ ਜਾਂਦੇ ਸੀ। ਤੇ ਤਾਂ ਕਰਕੇ ਭਾਈ ਇਹ ਆਪਾਂ ਕਲਾਸ ਸ਼ੁਰੂ ਕਰੀ ਹੈ। ਠੀਕ ਹੈ, ਇਹਦੇ ਵਿੱਚ 100 ਪਲੱਸ MCQ ਹੋਣਗੇ। ਠੀਕ ਹੈ, ਤੇ ਸਾਰੇ ਬੱਚਿਆਂ ਨੇ ਬਹੁਤ ਧਿਆਨ ਨਾਲ ਕਲਾਸ ਲਾਉਣੀ ਹੈ। ਇਹ ਬਾਰ ਅਟੈਂਡੈਂਟ ਦਾ ਮੋਕ ਟੈਸਟ ਸਮਝ ਲਿਓ ਇਹਨੂੰ। ਠੀਕ ਹੈ, ਤੇ ਬਹੁਤ ਇੰਪੋਰਟੈਂਟ ਜਿੰਨੇ ਵੀ ਪ੍ਰਸ਼ਨ ਕਰਵਾਤੇ ਇਹਨਾਂ 'ਚ ਕੋਈ ਵੀ ਪ੍ਰਸ਼ਨ ਤੁਸੀਂ ਭੁੱਲ ਕੇ ਵੀ ਮਿਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਠੀਕ ਹੈ, ਚਲੋ ਦੇਖਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਜਿਹੜਾ ਆਪਣੇ ਕੋਲੇ ਆਉਂਦਾ ਗਾ, ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਦਿਆ ਕਰੋ ਭਾਈ, ਸ਼ੇਅਰ ਕਰਦਿਆ ਕਰੋ, ਅਤੇ ਇੱਕ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਠੀਕ ਹੈ ਜੀ, ਅਤੇ ਚਲੋ ਚੱਲਦੇ ਆਪਾਂ ਪਹਿਲੇ ਪ੍ਰਸ਼ਨ 'ਤੇ। ਕਿਹੜੇ ਰਾਜ ਨੂੰ ਪੰਜਾਬ ਦਾ ਸਟੀਲ ਸਿਟੀ ਕਿਹਾ ਜਾਂਦਾ? ਸਟੀਲ ਸਿਟੀ ਕਿਹਨੂੰ ਕਿਹਾ ਜਾਂਦਾ? ਮੰਡੀ ਗੋਬਿੰਦਗੜ੍ਹ ਨੂੰ। ਕਿਉਂ ਕਿਹਾ ਜਾਂਦਾ ਸਟੀਲ ਸਿਟੀ? ਕਿਉਂਕਿ ਇੱਥੇ ਜਿਹੜੇ ਖੇਤੀ ਦੇ ਔਜ਼ਾਰ ਹੈ ਜ਼ਿਆਦਾਤਰ ਉਹ ਇੱਥੇ ਬਣਦੇ ਆ। ਠੀਕ ਹੈ, ਹਲ ਹੋ ਗਏ, ਕੜਾਹ ਹੋ ਗਏ, ਸਾਰੀਆਂ ਚੀਜ਼ਾਂ ਇੱਥੇ ਬਣਦੀਆਂ। ਠੀਕ ਹੈ, ਤਾਂ ਕਰਕੇ ਇਹਨੂੰ ਸਟੀਲ ਸਿਟੀ ਨਾਮ ਨਾਲ ਜਾਣਿਆ ਜਾਂਦਾ ਹੈਗਾ। ਇਹ ਤਾਂ ਹੈਗਾ ਇਹਦਾ ਆਨਸਰ। ਹੁਣ ਆਪਾਂ ਚੱਲਦੇ ਹਾਂ ਦੂਜੀ ਆਪਸ਼ਨ ਆ, ਲੁਧਿਆਣਾ। ਜੇ ਲੁਧਿਆਣਾ ਦੇ ਪ੍ਰਸ਼ਨ ਆਉਂਦਾ, ਲੁਧਿਆਣਾ ਤੋਂ ਪ੍ਰਸ਼ਨ ਇਹ ਪੁੱਛਿਆ ਜਾਊਗਾ ਕਿ ਆਪਣਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ? ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਗਾ? ਲੁਧਿਆਣਾ। ਨੰਬਰ 2 'ਤੇ ਸਭ ਤੋਂ ਜ਼ਿਆਦਾ ਜਨਸੰਖਿਆ ਕਿਹੜੇ ਜ਼ਿਲ੍ਹੇ ਦੀ ਹੈ? ਲੁਧਿਆਣੇ ਦੀ। ਅਤੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਪ੍ਰਦੂਸ਼ਣ ਕਿੱਥੇ ਹੈ? ਲੁਧਿਆਣਾ ਦੇ ਵਿੱਚ। ਅਤੇ ਸਭ ਤੋਂ ਜ਼ਿਆਦਾ ਪੁਲ ਕਿੱਥੇ ਹੈ? ਲੁਧਿਆਣਾ ਦੇ ਵਿੱਚ। ਠੀਕ ਹੈ, ਇਹ 4 ਫੈਕਟ ਯਾਦ ਰੱਖ ਲਿਓ: ਜਨਸੰਖਿਆ, ਪੁਲ ਅਤੇ ਬੱਸੋਂ। ਬੱਸੋਂ ਦਾ ਜਨਸੰਖਿਆ ਉਹੀ ਆ ਗਈ, ਪ੍ਰਦੂਸ਼ਣ। ਠੀਕ ਹੈ, ਇਸ ਤੋਂ ਬਾਅਦ ਅੰਮ੍ਰਿਤਸਰ ਦੀ ਗੱਲ ਆ ਗਈ। ਅੰਮ੍ਰਿਤਸਰ ਨੂੰ ਕਿਹਨੇ ਵਸਾਇਆ ਸੀ? ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਅੰਮ੍ਰਿਤਸਰ ਨੂੰ। ਪਹਿਲਾਂ ਅੰਮ੍ਰਿਤਸਰ ਦਾ ਨਾਂ ਕੀ ਹੁੰਦਾ ਸੀ? ਰਾਮਦਾਸਪੁਰਾ। ਠੀਕ ਹੈ, ਪੁਰਾਣਾ ਨਾਮ ਹੁੰਦਾ ਸੀ ਪਹਿਲਾਂ। ਇੱਥੇ 2 ਸਰੋਵਰਾਂ ਦਾ ਨਿਰਮਾਣ ਕਰਵਾਇਆ ਗਿਆ। ਕਿਹੜੇ ਆ? ਇੱਕ ਤਾਂ ਹੈਗਾ ਅੰਮ੍ਰਿਤਸਰ, ਇੱਕ ਹੈਗਾ ਸੰਤੋਖਸਰ। ਇਹ ਗੱਲ ਵੀ ਯਾਦ ਰੱਖਣੀ ਹੈ। ਠੀਕ ਹੈ, ਰੋਪੜ। ਰੋਪੜ ਆਪਣਾ ਥਰਮਲ ਪਲਾਂਟ ਵੀ ਹੈ, ਅਤੇ ਸਭ ਤੋਂ ਛੋਟੀ ਡਿਵੀਜ਼ਨ ਕਿਹੜੀ ਹੈ? ਉਹ ਵੀ ਰੋਪੜ ਡਿਵੀਜ਼ਨ ਨੂੰ ਕਿਹਾ ਜਾਂਦਾ। ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਹੈ? ਆਪਣੇ 5 ਡਿਵੀਜ਼ਨ ਹੈ। ਸਭ ਤੋਂ ਵੱਡੀ ਡਿਵੀਜ਼ਨ ਹੈਗੀ ਆਪਣੀ ਜਲੰਧਰ ਡਿਵੀਜ਼ਨ, ਅਤੇ ਸਭ ਤੋਂ ਛੋਟੀ ਡਿਵੀਜ਼ਨ ਹੈਗੀ ਆਪਣੀ ਰੋਪੜ ਡਿਵੀਜ਼ਨ। ਇਹ ਗੱਲ ਯਾਦ ਰੱਖਿਓ। ਠੀਕ ਹੈ, ਰੋਪੜ ਦੇ ਵਿੱਚ ਇੱਕ ਬਿੱਟਲੈਂਡ ਵੀ ਹੈਗੀ, ਇਹ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਾਲ 2011 ਦੇ ਵਿੱਚ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ? ਠੀਕ ਹੈ, ਤਾਂ ਇਹ ਤੁਸੀਂ ਸਿੱਧਾ ਅੰਕੜੇ ਯਾਦ ਕਰ ਲਿਓ: 27,704, 236। ਠੀਕ ਹੈ, ਇਹ ਕੀ ਸੀ? ਸਾਲ 2011 ਦੇ ਵਿੱਚ ਆਪਣੇ ਪੰਜਾਬ ਦੀ ਸਾਰੀ ਵਸੋਂ ਸੀ, ਜਨਸੰਖਿਆ ਸੀ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ? ਤੁਹਾਨੂੰ ਮੈਂ ਹੁਣੇ ਕਰਵਾ ਕੇ ਗਿਆ ਹੈਗਾ। ਠੀਕ ਹੈ, ਲੁਧਿਆਣਾ ਸਭ ਤੋਂ ਵੱਡਾ ਸ਼ਹਿਰ ਹੈ। ਅਤੇ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਹੈ ਆਪਣੀ? ਤਾਂ ਸਭ ਤੋਂ ਵੱਡੀ ਡਿਵੀਜ਼ਨ ਦੀ ਗੱਲ ਆ ਗਈ ਤਾਂ ਜਲੰਧਰ ਡਿਵੀਜ਼ਨ ਸਭ ਤੋਂ ਵੱਡੀ ਹੈ, ਜਿਹਦੇ ਵਿੱਚ 5 ਜ਼ਿਲ੍ਹੇ ਆ ਜਾਂਦੇ ਹੈ। ਅਤੇ ਜੇ ਗੱਲ ਕਰਦੇ ਆ ਸਭ ਤੋਂ ਵੱਡੇ ਸ਼ਹਿਰ ਦੀ, ਤਾਂ ਉਹ ਆਊਗਾ ਆਪਣਾ ਲੁਧਿਆਣਾ। ਆਨਸਰ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਫਿਰੋਜ਼ਪੁਰ। ਠੀਕ ਹੈ, ਫਿਰੋਜ਼ਪੁਰ ਸ਼ਹਿਰ ਤੋਂ ਹੀ ਅਲੱਗ ਹੋ ਕੇ ਕਿਹੜਾ ਬਣਿਆ ਹੈਗਾ? ਫਾਜ਼ਿਲਕਾ। ਅਤੇ ਫਿਰੋਜ਼ਗੜ੍ਹ ਕਿਹਨੇ ਵਛਾਇਆ ਸੀ? ਫਿਰੋਜ਼ ਸ਼ਾਹ ਨੇ। ਠੀਕ ਹੈ, ਅੰਮ੍ਰਿਤਸਰ ਵਾਇਸ ਨੂੰ ਮੈਂ ਦੱਸ ਚੁੱਕਿਆ ਸਾਰਾ ਕੁਛ। ਪੰਜਾਬ ਦੇ ਵਿੱਚ ਕੁੱਲ ਆਬਾਦੀ ਘਣਤਾ। ਘਣਤਾ ਦਾ ਮਤਲਬ ਹੁੰਦਾ ਡੈਂਸਿਟੀ। ਡੈਂਸਿਟੀ ਵੀ ਲਿਖਿਆ ਆ ਸਕਦਾ ਹੈਗਾ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਆਪਣੇ, ਪ੍ਰਤੀ ਵਰਗ ਕਿਲੋਮੀਟਰ ਦੇ ਹਿਸਾਬ ਨਾਲ ਆਪਣੇ ਕਿੰਨੇ ਲੋਕ ਰਹਿੰਦੇ ਆ? ਕਿਉਂਕਿ ਦੇਖੋ, ਕਿਸੇ ਏਰੀਏ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵਸੋਂ ਬਹੁਤ ਜ਼ਿਆਦਾ ਹੋ ਜਾਂਦੀ ਹੈ, ਸੰਘਣਾ ਹੋ ਜਾਂਦਾ। ਕਿਤੇ ਜਾ ਕੇ ਵਸੋਂ ਬਿਰਲੀ ਹੋ ਜਾਂਦੀ ਹੈ। ਹੁਣ ਤੁਸੀਂ ਦੇਖੋ, ਜਦੋਂ ਆਪਾਂ ਘਰੋਂ ਤੁਰਦੇ ਹਾਂ, ਪਿੰਡ ਵਿੱਚ ਤਾਂ ਕਿੰਨੇ ਘਰ ਹੁੰਦੇ ਆ। ਇਹ ਤੋਂ ਬਾਅਦ ਜਦੋਂ ਆਪਾਂ ਸੜਕ ਜਾਂਦੇ ਹਾਂ, ਖੇਤਾਂ ਦੇ ਵਿੱਚ ਇੱਕ ਅੱਧਾ ਘਰ ਹੁੰਦਾ, ਕਿਸੇ ਕਿਸੇ ਖੇਤ ਦੇ ਵਿੱਚ ਕੋਈ ਘਰ ਹੁੰਦੇ ਨਹੀਂ। ਤਾਂ ਉਹ ਸਾਰੀ ਜਿਹੜੀ ਐਵਰੇਜ ਕੱਢੀ ਹੋਈ ਹੈ ਪੰਜਾਬ ਦੀ ਕੁੱਲ ਆਬਾਦੀ ਦੀ ਡੈਂਸਿਟੀ, ਉਹ ਆਪਣੀ ਕਿੰਨੀ ਹੈ? ਉਹ ਹੈਗੀ ਆਪਣੀ 550 ਵਰਗ ਕਿਲੋਮੀਟਰ। ਠੀਕ ਹੈ, 550 ਵਰਗ ਕਿਲੋਮੀਟਰ। ਇਹ ਗੱਲ ਯਾਦ ਰੱਖਿਓ। ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਕਿਲੋਮੀਟਰ ਸਕੁਏਅਰ ਦੇ ਵਿੱਚ? ਇੱਥੇ ਭਾਈ 50,632 ਲਿਖਿਆ ਆ ਗਿਆ ਤਾਂ ਵੀ ਸਹੀ ਹੈ। ਜੇ 50,362 ਲਿਖਿਆ ਆ ਗਿਆ ਤਾਂ ਵੀ ਸਹੀ ਹੈ, ਕਿਉਂਕਿ ਅਲੱਗ-ਅਲੱਗ ਅੰਕੜੇ ਆਉਂਦੇ ਹੁੰਦੇ ਅਲੱਗ-ਅਲੱਗ ਬੁੱਕਾਂ 'ਤੇ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਜੇ 50,632 ਤਾਂ ਵੀ ਸਹੀ ਹੈ, ਜੇ 50,362 ਆਉਂਦਾ ਤਾਂ ਵੀ ਉਹ ਬਿਲਕੁਲ ਸਹੀ ਮੰਨਿਆ ਜਾਊਗਾ।
ਓਕੇ। ਜਦੋਂ ਅਕਾਲ ਤਖਤ ਕਦੋਂ ਬਣਾਇਆ ਗਿਆ ਸੀ? ਅਕਾਲ ਤਖਤ ਬਣਾਇਆ ਗਿਆ ਸੀ 1609 ਦੇ ਵਿੱਚ। 1609 ਦੇ ਵਿੱਚ ਅਕਾਲ ਤਖਤ ਬਣਾਉਣ ਦੀ ਲੋੜ ਕਿਉਂ ਪਈ ਸੀ? ਕਿਉਂਕਿ ਇਹ ਬਣਾਇਆ ਸੀ ਆਪਣੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਣਾਇਆ ਸੀ। ਇਹ ਗੱਲ ਯਾਦ ਰੱਖਣੀ। ਤੇ ਹਰਗੋਬਿੰਦ ਜੀ ਨੇ 2 ਤਲਵਾਰਾਂ ਪਾਈਆਂ ਸੀ, ਕਾਹਦੀਆਂ? ਮੀਰੀ ਤੇ ਪੀਰੀ। ਇਹ ਗੱਲ ਯਾਦ ਰੱਖਿਓ, ਠੀਕ ਹੈ। 1609 ਦੇ ਵਿੱਚ ਅਕਾਲ ਤਖਤ ਸਾਹਿਬ ਬਣਾਇਆ ਗਿਆ ਸੀ। ਤੇ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ। ਹਾਈਡਸਪਸ ਜੇਹਲਮ ਨਦੀ ਦਾ ਦੂਸਰਾ ਨਾਮ ਕੀ ਹੈ? ਇਹ ਪ੍ਰਸ਼ਨ ਪੁੱਛਿਆ ਗਿਆ ਭਾਈ। ਕਹਿੰਦੇ ਜੇਹਲਮ ਨਦੀ ਦਾ ਦੂਸਰਾ ਨਾਮ ਕੀ ਹੈ? ਹਾਈਡਸਪਸ। ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਭਾਈ, ਠੀਕ ਹੈ ਜੀ। ਓਕੇ ਜੀ, ਇਹ ਨਾਮ ਹੈਗਾ ਹਾਈਡਸਪਸ। ਇਸ ਤੋਂ ਬਾਅਦ ਆ ਗਿਆ ਹਾਈਡਰੋਟਸ। ਹਾਈਡਰੋਟਸ ਕਿਹੜੀ ਨਦੀ ਦਾ ਨਾਮ ਹੈਗਾ? ਇਹ ਹੈਗਾ ਰਾਵੀ ਦਾ ਨਾਮ। ਰਾਵੀ ਦਾ ਨਾਮ ਹੈਗਾ ਹਾਈਡਰੋਟਸ। ਇਸ ਤੋਂ ਬਾਅਦ ਹਾਈਪਾਸਿਸ, ਠੀਕ ਹੈ। ਹਾਈਪਾਸਿਸ ਕਿਹੜੀ ਨਦੀ ਦਾ ਨਾਮ ਹੈਗਾ? ਬਿਆਸ ਦਾ। ਹੈਸੀਡਰੋਸ ਕਿਹਦਾ ਨਾਮ ਹੈਗਾ? ਸਤਲੁਜ ਦਾ, ਠੀਕ ਹੈ। ਹੁਣ ਕਿਹੜੀ ਨਦੀ ਰਹੇਗੀ? ਆਪਣੀ ਚਨਾਬ ਨਦੀ ਰਹੇਗੀ ਹੁਣ ਇੱਕ। ਤੇ ਚਨਾਬ ਨਦੀ ਦਾ ਸਾਇੰਟੀਫਿਕ ਨਾਮ ਕੀ ਹੈ? ਗ੍ਰੀਕ ਨੇਮ ਕੀ ਹੈ? ਪੁੱਛ ਸਕਦੇ ਆ ਪ੍ਰਸ਼ਨ। ਇਹਦਾ ਹੈਗਾ ਐਸਨ ਸਾਇੰਸ, ਠੀਕ ਹੈ। ਇਹਦਾ ਕੀ ਹੈਗਾ? ਨੇਮ ਹੈਗਾ। ਦੁਬਾਰੇ ਫਿਰ ਇੱਕ ਵਾਰੀ ਯਾਦ ਕਰ ਲਿਓ। ਜੇਹਲਮ ਨਦੀ, ਹਾਈਡਸਪਸ, ਠੀਕ ਹੈ ਜੀ। ਜੇ ਹਾਈਡਰੋ ਆ ਗਿਆ, ਹਾਈਡਰੋ ਦਸ ਇੱਥੇ ਆ ਗਿਆ ਰਵੀ ਆਪਣਾ, ਠੀਕ ਹੈ। ਹਾਈਪੋਸਿਸ, ਸਿਸ ਦੇ ਵਾਂਗ ਵੀ ਸਿਸ ਹੈ, ਇੱਧਰ ਵੀ ਬਿਆਸ। ਬਿਆਸ ਦੇ ਵਿੱਚ ਸਿਸ ਦੀ ਆਵਾਜ਼ ਆ ਰਹੀ ਹੈ, ਗੱਲ ਯਾਦ ਰੱਖੋ। ਹੈਸੀਡਰੋਸ, ਐਸੀ ਨਦੀ ਕੋਈ ਨਹੀਂ ਹੈਗੀ ਜਿਹਦੀ ਸਭ ਤੋਂ ਵੱਧ ਮਹਾਨਤਾ ਕਿਹਦੀ? ਆਪਣੇ ਸਤਲੁਜ ਦੀ। ਅਤੇ ਚਨਾਬ ਦਾ ਨਾਮ ਯਾਦ ਕਰਨ ਦੀ ਲੋੜ ਨਹੀਂ, ਨਾ ਹੀ ਡਿਫਰੈਂਟ ਹੈਗਾ, ਠੀਕ ਹੈ। ਤਾਂ ਇਹ ਚੰਗੀ ਤਰ੍ਹਾਂ ਯਾਦ ਕਰ ਲਓ ਭਾਈ, ਠੀਕ ਹੈ। ਇੱਕ ਵਾਰੀ ਫਿਰ ਦੇਖ ਲਓ, ਕਿਉਂਕਿ ਆਪਰੇਸ਼ਨ ਇਹ 'ਚ ਪੱਕਾ ਆਪਰੇਸ਼ਨ ਬਣਨਾ ਗਾ। ਹਾਈਡਰੋ ਤੋਂ ਰਾਵੀ, ਹਾਈਪੋਸਿਸ ਦੇ ਵਿੱਚ ਕਾਹਦੀ ਬਿਆਜ ਆਉਂਦੀ ਹੈ? ਬਿਆਸ ਦੀ। ਹੈਸੀਡਰੋਸ ਸਤਲੁਜ, ਅਤੇ ਐਸਨ ਸਾਇੰਸ ਇਹ ਹੈਗੀ ਆਪਣੀ ਚਨਾਬ। ਹਾਈਪਾਡਸ ਇਹ ਕਿਹਾ ਜਾਂਦਾ ਜਿਹਨੂੰ ਜੇਹਲਮ ਨੂੰ। ਅੱਜ ਦੇ ਟਾਈਮ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ 5 ਉਹ ਹੈਗੀਆਂ, ਠੀਕ ਹੈ। 3 ਦਰਿਆ ਵਗਦੇ ਆਪਣੇ। ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਤਾਂ ਭਗਤਾਂ ਦੀ ਬਾਣੀ ਸ਼ਾਮਲ ਹੈ, 11 ਭੱਟਾਂ ਦੀ ਬਾਣੀ ਸ਼ਾਮਲ ਹੈ, ਅਤੇ 6 ਗੁਰੂਆਂ ਦੀ ਬਾਣੀ ਸ਼ਾਮਲ ਹੈ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਦੀ ਬਾਣੀ ਸ਼ਾਮਲ ਹੈ? ਭਗਤ ਕਬੀਰ ਜੀ ਦੀ ਬਾਣੀ ਸ਼ਾਮਲ ਹੈ। ਕਾਹਦੇ ਵਿੱਚ? ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਹ ਤੁਹਾਨੂੰ ਪਹਿਲੇ ਦੱਸ ਕੇ ਗਿਆ ਸੀ। ਮੀਰੀ ਅਤੇ ਪੀਰੀ ਦੇ ਪ੍ਰਚਾਰਕ ਕੌਣ ਹਨ? ਮੀਰੀ ਅਤੇ ਪੀਰੀ ਦੇ ਪ੍ਰਚਾਰਕ ਹੈਗੇ ਆਪਣੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ। ਗੁਰੂ ਨਾਨਕ ਦੇਵ ਜੀ ਆਪਣੇ ਪਹਿਲੇ ਗੁਰੂ ਹੈ, ਠੀਕ ਹੈ। ਗੁਰੂ ਤੇਗ ਬਹਾਦਰ ਜੀ ਆਪਣੇ 9ਵੇਂ ਗੁਰੂ ਹੈ, ਜਿਨ੍ਹਾਂ ਦਾ ਛੋਟਾ ਨਾਮ ਹੈਗਾ ਗਾ ਤਿਆਗਮੱਲ। ਅਤੇ ਗੁਰੂ ਗੋਬਿੰਦ ਸਿੰਘ ਜੀ ਰਾਏ ਦਾ ਬਚਪਨ ਦਾ ਨਾਮ ਕੀ ਸੀ? ਗੋਬਿੰਦ ਰਾਏ। ਇਹ ਗੱਲ ਯਾਦ ਰੱਖਣੀ ਹੈ। ਅਤੇ ਖਾਲਸਾ ਪੰਥ ਦੀ ਸਥਾਪਨਾ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਇਹ ਤੁਸੀਂ ਦੱਸਣਾ ਕਦੋਂ ਕੀਤੀ ਸੀ, ਠੀਕ ਹੈ। ਗੁਰੂ ਹਰਗੋਬਿੰਦ ਜੀ ਨੇ 2 ਤਲਵਾਰਾਂ ਪਾਈਆਂ ਸੀ। ਕਿਹੜੀਆਂ? ਮੀਰੀ ਅਤੇ ਪੀਰੀ। ਇਹਨਾਂ ਦਾ ਪਾਉਣ ਦਾ ਮਤਲਬ ਇਹ ਸੀ ਕਿ ਧਰਮ ਅਤੇ ਰਾਜਨੀਤੀ, ਇਹ ਦੋਵੇਂ ਚੀਜ਼ਾਂ ਅਲੱਗ ਅਲੱਗ ਹੋਣਗੀਆਂ। ਦੋਨੇ ਚੀਜ਼ਾਂ ਨੂੰ ਕਦੇ ਵੀ ਇਕੱਠਾ ਨਹੀਂ ਕੀਤਾ ਜਾਊਗਾ। ਜਿਵੇਂ ਤੁਸੀਂ ਅੱਜ ਦੇ ਟਾਈਮ 'ਚ ਦੇਖਦੇ ਹੋ ਕਿ ਧਰਮ ਦੇ ਨਾਂ 'ਤੇ ਹੀ ਰਾਜਨੀਤੀ ਕੀਤੀ ਜਾ ਸਕਦੀ ਨਹੀਂ, ਕੀਤੀ ਜਾਂਦੀ ਹੈ ਧਰਮ ਦੇ ਨਾਮ 'ਤੇ। ਜਦੋਂ ਕਿ ਮਾੜਾ ਜਿਹਾ ਪੰਜਾਬ ਦੇ ਵਿੱਚ ਮੁੱਦਾ ਉੱਠਣ ਲੱਗਦਾ ਗਾ, ਧਰਮਾਂ ਦੇ ਵਿੱਚ ਉਲਝਾ ਦਿੱਤਾ ਜਾਂਦਾ ਲੋਕਾਂ ਨੂੰ, ਠੀਕ ਹੈ, ਕਿ ਲੋਕਾਂ ਦਾ ਧਿਆਨ ਉੱਧਰ ਹੋ ਜੇ। ਤਾਂ ਇਹ ਜਿਹੜੀ ਗੱਲ ਕਹੀ ਸੀ ਗੁਰੂ ਹਰਗੋਬਿੰਦ ਜੀ ਨੇ, ਇਹ ਗੱਲ ਕਹੀ ਸੀ ਕਿ ਧਰਮ ਅਤੇ ਰਾਜਨੀਤੀ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੋਊਗਾ, ਪਰ ਆਪਾਂ ਇਹ ਚੀਜ਼ਾਂ ਦਾ ਘਾਣ ਕਰ ਰੱਖਿਆ ਹੈਗਾ, ਠੀਕ ਹੈ। ਦੂਸਰੀ ਗੱਲ, ਜਿਹੜੇ 6ਵੇਂ ਗੁਰੂ ਸ਼੍ਰੀ ਹਰਗੋਬਿੰਦ ਜੀ ਸੀ, ਇਹ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਛੁਡਵਾ ਕੇ ਲਿਆਏ ਸੀ, ਠੀਕ ਹੈ। ਤਾਂ ਉਹ ਦਿਨ ਨੂੰ ਹੀ ਆਪਾਂ ਬੰਦੀ ਛੋੜ ਦਿਵਸ ਦੇ ਨਾਂ ਨਾਲ ਮਨਾਉਂਦੇ ਹਾਂ। ਇਹ ਗੱਲ ਵੀ ਯਾਦ ਰੱਖਣਾ। ਬੰਦੀ ਛੋੜ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈਗਾ? ਦੀਵਾਲੀ ਵਾਲੇ ਦਿਨ। ਚਿੱਟਾ ਲਹੂ ਕਿਸ ਦੀ ਰਚਨਾ ਹੈ? ਵੈਰੀ 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 ਇੰਪੋਰਟੈਂਟ ਹੈ ਇਹ ਹੈਗੀ ਆਪਣੀ ਨਾਨਕ ਸਿੰਘ ਦੁਆਰਾ ਲਿਖਿਆ ਹੋਇਆ ਹੈ ਚਿੱਟਾ ਲਹੂ, ਠੀਕ ਹੈ। ਅਤੇ ਇਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ। ਇਸ ਤੋਂ ਬਾਅਦ ਇੱਕ ਪ੍ਰਸ਼ਨ ਹੋਣਾ ਹੁੰਦਾ ਕਿਹੜਾ? ਸ਼ਿਵ ਕੁਮਾਰ ਬਟਾਲਵੀ ਨੂੰ ਕਾਹਦਾ ਕਵੀ ਕਿਹਾ ਜਾਂਦਾ ਹੈਗਾ? ਜਿਹੜਾ ਸ਼ਿਵ ਕੁਮਾਰ ਬਟਾਲਵੀ ਹੈ ਬਾਈ, ਉਹਨੂੰ ਕਿਹਾ ਜਾਂਦਾ ਹੈਗਾ ਬਿਰਹਾਂ ਦਾ ਕਵੀ,
ਕਾਹਦਾ ਕਵੀ? ਬਿਰਹਾਂ ਦਾ। ਬਿਰਹਾਂ ਦਾ ਮਤਲਬ ਹੁੰਦਾ ਦੁੱਖਾਂ ਦਾ ਕਵੀ, ਇਹਨੂੰ ਕਿਹਾ ਜਾਂਦਾ ਗਾ। ਠੀਕ ਹੈ। ਉਹ ਕਿਹੜੀ ਲਿਪੀ ਹੈ ਜਿਸ ਵਿੱਚ ਦਸ਼ਮ ਗ੍ਰੰਥ ਲਿਖਿਆ ਹੋਇਆ ਹੈ? ਦੇਵਨਾਗਰੀ। ਦੇਵਨਾਗਰੀ ਵਿੱਚ ਤਾਂ ਹਿੰਦੀ ਭਾਸ਼ਾ ਲਿਖੀ ਹੋਈ ਹੈ। ਹਿੰਦੀ ਦੀ ਗੁਰਮੁਖੀ ਭਾਸ਼ਾ ਜਾਂ ਹਿੰਦੀ ਦੀ ਜਿਹੜੀ ਭਾਸ਼ਾ ਹੈ ਉਹ ਦੇਵਨਾਗਰੀ ਹੈ। ਅਤੇ ਉਹ ਕਿਹੜੀ ਲਿਪੀ ਹੈ ਜਿਸ ਨੂੰ ਦਸਮ ਗ੍ਰੰਥ ਦੇ ਵਿੱਚ ਲਿਖਿਆ ਗਿਆ ਹੈ? ਦਸਮ ਗ੍ਰੰਥ ਦੇ ਵਿੱਚ ਭਾਈ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਹੋਇਆ, ਇਹ ਗੱਲ ਯਾਦ ਰੱਖਣੀ ਹੈ। ਅਤੇ ਜਿਹੜੀ ਆਪਣੀ ਗੁਰਮੁਖੀ ਲਿਪੀ ਹੈ ਤਾਂ ਇਹਨੂੰ ਕਿਹਨੇ ਅੱਗੇ ਵਧਾਇਆ ਸੀ? ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤੀ ਸੀ ਗੁਰਮੁਖੀ ਲਿਪੀ। ਦੂਸਰੀ ਗੱਲ ਜਿਹੜੀ ਗੁਰਮੁਖੀ ਲਿਪੀ ਹੈ ਆਪਣੀ, ਠੀਕ ਹੈ, ਇਹ ਕਿਹੜੀ ਭਾਸ਼ਾ ਤੋਂ ਵਿਕਸਿਤ ਹੋ ਕੇ ਬਣੀ ਹੈ? ਬ੍ਰਾਹਮੀ ਤੋਂ। ਠੀਕ ਹੈ ਜੀ। ਗੁਰਮੁਖੀ ਲਿਪੀ ਦਾ ਅੱਜ ਦੇ ਟਾਈਮ 'ਚ ਬੱਚਾ ਗੁਰਮੁਖੀ ਲਿਪੀ ਤੋਂ ਹੀ ਆਪਣੀ ਪੰਜਾਬੀ ਭਾਸ਼ਾ ਬਣੀ ਹੋਈ ਹੈ। ਆਪਣੀ ਜਿਹੜੀ ਪੰਜਾਬੀ ਵਰਨਮਾਲਾ ਗਾ ਉਹਦੇ ਵਿੱਚ ਕਿੰਨੇ ਅੱਖਰ ਹੈਗੇ? 35 ਅੱਖਰ ਹੈ। ਜੇ ਪੁੱਛਣਾ ਅੱਜ ਦੇ ਟਾਈਮ ਦੇ ਵਿੱਚ ਕਿੰਨੇ ਅੱਖਰ, ਉਹਦੇ ਵਿੱਚ 41 ਅੱਖਰ ਹੈ। ਠੀਕ ਹੈ। ਜਿਹੜੇ 6 ਅੱਖਰ ਹੈ ਇਹ ਨਵੀਨ ਅੱਖਰ ਹੈ। ਨਵੀਨ ਅੱਖਰ ਕਿਹੜੇ ਹੁੰਦੇ ਆ? ਜਿਨ੍ਹਾਂ ਦੇ ਪੈਰ ਥੱਲੇ ਬਿੰਦੀ ਪੈਂਦੀ ਹੈ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਪੱਪੇ ਪੈਰ ਬਿੰਦੀ, ਉਹ ਚੀਜ਼ਾਂ ਹੈਗੀਆਂ। ਠੀਕ ਹੈ। ਇਹ ਵੀ ਯਾਦ ਰੱਖਣਾ ਗਾ। ਅਤੇ ਚੱਲਦੇ ਹੁਣ ਅਗਲੇ 'ਤੇ। ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਇਹ ਪ੍ਰਸ਼ਨ ਦੁਬਾਰੇ ਆ ਗਿਆ। ਭਗਤ ਕਬੀਰ ਜੀ ਦੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਹੈ। ਸੱਚ ਪੁੱਤਰੋ, ਅੱਜ ਤੁਹਾਨੂੰ ਮੈਂ PDF ਸੈਂਡ ਕਰ ਦੇਣਾ। ਜਿਹੜਾ ਆਪਣਾ ਪਿਛਲੀ ਵਾਰ ਮੋਡਲ ਟੈਸਟ, ਮੋਕ ਟੈਸਟ ਹੋਇਆ ਸੀ, ਉਹਦਾ PDF ਤੁਹਾਨੂੰ ਸੈਂਡ ਕਰ ਦੇਣਾ। ਅਤੇ ਇਹ ਵੀ PDF ਤੁਹਾਨੂੰ ਮੈਂ ਸੈਂਡ ਕਰ ਦੂੰਗਾ। ਠੀਕ ਹੈ। ਉਹ ਕਿਹੜੀ ਲਿਪੀ ਹੈ ਜਿਸ ਵਿੱਚ ਦਸ਼ਮ ਗ੍ਰੰਥ ਲਿਖਿਆ ਹੋਇਆ? ਗੁਰਮੁਖੀ ਲਿਪੀ। ਵੀ ਦੁਬਾਰੇ ਰਿਪੀਟ ਹੋ ਗਿਆ। ਪੰਜਾਬ ਦੇ ਵਿੱਚ, ਪੁਰਾਣੇ ਪੰਜਾਬ ਦੇ ਵਿੱਚ ਸੂਰਜ ਮੰਦਰ ਕਿੱਥੇ ਸੀ? ਹੁਸ਼ਿਆਰਪੁਰ, ਅੰਮ੍ਰਿਤਸਰ, ਪੇਸ਼ਾਵਰ ਕੇ ਮੁਲਤਾਨ? ਤਾਂ ਪੁਰਾਣੇ ਪੰਜਾਬ ਦੇ ਵਿੱਚ ਜਿਹੜਾ ਸੂਰਜ ਮੰਦਰ ਸੀ ਇਹ ਹੈਗਾ ਸੀ ਆਪਣਾ ਮੁਲਤਾਨ ਦੇ ਵਿੱਚ। ਇੱਕ ਕੰਡੀਸ਼ਨ ਹੋਰ ਆ ਜਾਂਦਾ ਕਿ ਅਕਬਰ ਨੇ ਪੰਜਾਬ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਸੀ? ਅਕਬਰ ਨੇ ਪੰਜਾਬ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਸੀ, ਲਾਹੌਰ ਅਤੇ ਮੁਲਤਾਨ। ਅਤੇ ਰਾਮਦਾਸਪੁਰਾ, ਜਿਹਨੂੰ ਆਪਾਂ ਅੰਮ੍ਰਿਤਸਰ ਕਹਿ ਦਿੰਦੇ ਹਾਂ, ਉਹਨੂੰ ਵਸਾਉਣ ਵਾਸਤੇ ਵੀ ਜਿਹੜੀ ਜ਼ਮੀਨ ਦਿੱਤੀ ਸੀ ਉਹ ਅਕਬਰ ਨੇ ਦਿੱਤੀ ਸੀ। ਠੀਕ ਹੈ। ਰਾਮਦਾਸ ਜੀ ਦੇ ਸਮਕਾਲੀ ਸੀ, ਇਹ ਗੱਲ ਯਾਦ ਰੱਖਣੀ ਹੈ। ਝੂਮਰ ਡਾਂਸ ਕਿੱਥੇ ਕੀਤਾ ਜਾਂਦਾ? ਕੀਤਾ ਜਾਂਦਾ ਸੈਂਡਲਵਾਰ ਦੇ ਵਿੱਚ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਪੰਜਾਬੀ ਨਿੰਬੂ ਜਾਤੀ ਦੇ ਫਲਾਂ ਦਾ ਉਤਪਾਦਨ ਵਿੱਚ ਮੋਹਰੀ ਹੈ। ਦੇਖੋ ਆਪਣੇ ਸਭ ਤੋਂ ਜ਼ਿਆਦਾ ਜਿਹੜੇ ਨਿੰਬੂ, ਕਿਹੜਾ ਫਲ, ਖੱਟੇ ਫਲ ਆਪਣੇ ਜ਼ਿਆਦਾ ਬੀਜੇ ਜਾਂਦੇ ਆ? ਸੰਤਰਾ ਤਾਂ ਆਪਣੇ ਜ਼ਿਆਦਾ ਨਹੀਂ ਬੀਜਿਆ ਜਾਂਦਾ, ਨਾ ਨਾਗਪੁਰ ਦੇ ਵਿੱਚ ਜ਼ਿਆਦਾ ਬੀਜਿਆ ਜਾਂਦਾ ਹੈਗਾ। ਨਿੰਬੂ ਵੀ ਕੋਈ ਜ਼ਿਆਦਾ ਨਹੀਂ ਹੁੰਦਾ, ਅੰਗੂਰ ਵੀ ਕੋਈ ਜ਼ਿਆਦਾ। ਕਿੰਨੂ, ਜਿਹੜੀ ਕਿੰਨੂ ਆ ਇਹ ਆਪਣੇ ਇੱਧਰ ਅਬੋਹਰ ਸਾਈਡ, ਅਬੋਹਰ ਵਾਲੇ ਪਾਸੇ ਸਭ ਤੋਂ ਜ਼ਿਆਦਾ, ਅਬੋਹਰ ਫਾਜ਼ਿਲਕਾ ਇੱਧਰ ਸਭ ਤੋਂ ਜ਼ਿਆਦਾ ਬੀਜੇ ਜਾਂਦੇ ਆਪਣੇ ਕੀ? ਕਿੰਨੂ। ਇਹ ਗੱਲ ਯਾਦ ਰੱਖਣੀ, ਇਹ ਨਿੰਬੂ ਜਾਤੀ ਦੇ ਫਲ ਹੈਗਾ। ਆਪਰੇਸ਼ਨ ਹੜ੍ਹ ਕਿਸ ਨਾਲ ਸੰਬੰਧਿਤ ਹੈ? ਆਪਰੇਸ਼ਨ ਹੜ੍ਹ ਦੀ ਥਾਂ 'ਤੇ ਤੁਹਾਨੂੰ ਉੱਥੇ ਲਿਖਿਆ ਆ ਸਕਦਾ ਹੈਗਾ ਆਪਰੇਸ਼ਨ ਫਲੱਡ। ਠੀਕ ਹੈ। ਜਿਹੜੇ ਆਪਰੇਸ਼ਨ ਫਲੱਡ ਹੈ ਕਿਸ ਨਾਲ ਸੰਬੰਧਿਤ ਹੈ? ਤਾਂ ਇਹ ਸੰਬੰਧ ਹੈਗਾ ਆਪਣੇ ਦੁੱਧ ਉਤਪਾਦਨ ਨਾਲ। ਠੀਕ ਹੈ। ਜੋ ਦੁੱਧ ਉਤਪਾਦਨ ਹੋਇਆ ਸੀ, ਵਾਈਟ ਰੈਵੂਲੇਸ਼ਨ ਵੀ ਇਸ ਨੂੰ ਕਿਹਾ ਜਾਂਦਾ ਹੈਗਾ। ਵਾਈਟ ਰੈਵੂਲੇਸ਼ਨ ਵੀ ਇਸ ਨੂੰ ਕਿਹਾ ਜਾਂਦਾ। ਕੌਣ ਹੈ ਇਹਦਾ ਫਾਦਰ? ਡਾਕਟਰ ਵਰਗੀਸ। ਠੀਕ ਹੈ। ਡਾਕਟਰ ਵਰਗੀਸ ਜਿਹੜੇ ਕੀ ਹੈ ਫਾਦਰ ਨੇ, ਉਹ ਲੈ ਕੇ ਆਏ ਸੀ ਇਹ ਆਪਰੇਸ਼ਨ ਫਲੱਡ ਨੂੰ। ਠੀਕ ਹੈ। ਅਤੇ ਵਾਈਟ ਰੈਵੂਲੇਸ਼ਨ ਵੀ ਇਸ ਨਾਲ ਸੰਬੰਧਿਤ ਹੈ। ਮੱਛੀ ਉਤਪਾਦਨ ਨੂੰ ਕਿਹੜੀ ਕਿਹਾ ਜਾਂਦਾ ਹੈਗਾ? ਬਲੂ ਰੈਵੂਲੇਸ਼ਨ। ਠੀਕ ਹੈ। ਸਿੰਧ ਦੇ ਪਹਾੜੀ ਖੇਤਰ ਨੂੰ ਪੁਰਾਣ ਕਾਲ ਵਿੱਚ ਕੀ ਕਿਹਾ ਜਾਂਦਾ? ਜਿਹੜੇ ਆਪਣੇ ਸਿੰਧ ਦੇ ਪਹਾੜ ਹੈਗੇ ਉਹ ਖੇਤਰ ਨੂੰ, ਉਹਨਾਂ ਦੇ ਖੇਤਰ ਨੂੰ ਕੀ ਕਿਹਾ ਜਾਂਦਾ ਸੀ? ਗੰਧਾਰ ਕਿਹਾ ਜਾਂਦਾ ਸੀ। ਪਚਨੰਦ ਕਿਹਨੂੰ ਕਿਹਾ ਜਾਂਦਾ ਸੀ? ਪਚਨੰਦ ਤਾਂ ਪੰਜਾਬ ਨੂੰ ਕਿਹਾ ਜਾਂਦਾ ਸੀ। ਪਚਨੰਦ ਕਿਹਦਾ ਪੁਰਾਣਾ ਨਾਮ ਹੈਗਾ? ਪੰਜਾਬ ਦਾ ਪੁਰਾਣਾ ਨਾਮ ਹੈ। ਪਚਨੰਦ ਦਾ ਕੀ ਮਤਲਬ ਹੈ? ਪੰਜ ਦਾ ਮਤਲਬ ਪੰਜ, ਨੰਦ ਦਾ ਮਤਲਬ ਨਦੀਆਂ। ਠੀਕ ਹੈ। 5 ਨਦੀਆਂ ਦਾ ਪ੍ਰਦੇਸ਼ ਕਿਹਨੂੰ ਕਿਹਾ ਜਾਂਦਾ ਸੀ? ਇਹ ਕਿਹਾ ਜਾਂਦਾ ਸੀ, ਉਹਦਾ ਦਰਿਆ ਆ ਗਿਆ ਉਹ ਟਾਈਮ 'ਚ ਨਦੀਆਂ ਵੀ ਕਹਿੰਦੇ ਸੀ ਲੋਕ, ਤਾਂ ਇਹ ਕਿਹਾ ਜਾਂਦਾ ਪੰਜਾਬ। ਠੀਕ ਹੈ। ਗਰੀਕ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਹੈਗਾ? ਗਰੀਕ ਭਾਸ਼ਾ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ? ਪੈਂਟਾਪੋਟਾਮੀਆ। ਇਹਦਾ ਕੀ ਮਤਲਬ ਹੈ ਪੈਂਟਾ ਦਾ? ਪੈਂਟਾ ਦਾ ਮਤਲਬ ਤਾਂ ਹੈਗਾ 5, ਪੋਟਾਮੀਆ ਦਾ ਮਤਲਬ ਹੈਗਾ ਦਰਿਆ। 5 ਦਰਿਆਵਾਂ ਦੀ ਧਰਤੀ ਜਾਂ 5 ਦਰਿਆਵਾਂ ਦਾ ਪ੍ਰਦੇਸ਼, ਉਹਨੂੰ ਪੈਂਟਾਪੋਟਾਮੀਆ ਕਿਹਾ ਜਾਂਦਾ।
ਗੰਧਾਰ ਸ਼ੈਲੀ ਦੀਆਂ ਕਲਾ ਕ੍ਰਿਤੀਆਂ ਕਿੱਥੇ ਸਥਿਤ ਹਨ? ਜਿਹੜੀਆਂ ਗੰਧਾਰ ਕਲਾ ਦੀਆਂ ਸ਼ੈਲੀਆਂ ਸੀ, ਉੱਥੋਂ ਦੇ ਚਿੱਤਰ ਸੀ, ਉਹ ਕਿਹੜੀ ਜਗ੍ਹਾ ਦੇ ਵਿੱਚ ਸਥਿਤ ਆ ਅੱਜ ਦੇ ਟਾਈਮ ਦੇ ਵਿੱਚ? ਤਾਂ ਇਹ ਹੈਗੀ ਆਪਣੇ ਭਾਈ ਚੰਡੀਗੜ੍ਹ ਦੇ ਵਿੱਚ। ਠੀਕ ਹੈ। ਫਿਰੋਜ਼ਪੁਰ ਬਾਰੇ ਤੁਹਾਨੂੰ ਦੱਸਣ ਦੀ ਲੋੜ ਨਹੀਂ, ਫਿਰੋਜ਼ਪੁਰ ਤੋਂ ਅਲੱਗ ਹੋ ਕੇ ਫਾਜ਼ਿਲਕਾ ਬਣਿਆ। ਜਲੰਧਰ ਸਭ ਤੋਂ ਵੱਡੀ ਡਿਵੀਜ਼ਨ ਹੈ, ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ। ਠੀਕ ਹੈ। ਚਾਰ ਆਪਰੇਸ਼ਨ ਇੱਕ ਆਪਰੇਸ਼ਨ ਦੇ ਵਿੱਚ ਆਪਾਂ ਕਵਰ ਕਰ ਰਹੇ ਹਾਂ। ਛੱਤਬੀੜ ਜੀਵਨ ਵਿਗਿਆਨ ਪਾਰਕ ਕਿੱਥੇ ਹੈ? ਛੱਤਬੀੜ ਜਿੱਥੇ ਆਹ ਆਪਣੇ ਜੀਵ ਜੰਤੂ ਹੈਗੇ, ਠੀਕ ਹੈ, ਸਾਰੇ ਰੱਖੇ ਹੋਏ ਆ, ਇਹ ਕਿੱਥੇ ਹੈ? ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਮੋਹਾਲੀ ਦੇ ਵਿੱਚ ਹੈ ਭਾਈ। ਠੀਕ ਹੈ। ਰੂਪਨਗਰ ਕਿਹਦਾ ਨਾਮ ਹੈ? ਰੋਪੜ ਨੂੰ ਹੀ ਰੂਪਨਗਰ ਕਹਿ ਦਿੰਦੇ ਆ। ਠੀਕ ਹੈ। ਮੋਤੀ ਬਾਗ ਕਿੱਥੇ ਹੈ? ਪਟਿਆਲਾ ਦੇ ਵਿੱਚ ਹੈ। ਇਹ ਗੱਲ ਵੀ ਯਾਦ ਰੱਖਣੀ ਹੈ, ਮੋਤੀ ਬਾਗ ਕਿੱਥੇ ਹੈ? ਪਟਿਆਲਾ ਦੇ ਵਿੱਚ ਹੈ। ਅਤੇ ਮੋਹਾਲੀ ਦੇ ਵਿੱਚ ਆ ਵੀ ਛੱਤਬੀੜ। ਠੀਕ ਹੈ। ਪੰਜਾਬ ਦੀਆਂ ਚਾਰਾ ਫਸਲਾਂ ਦੇ ਨਾਂ ਲਿਖੋ। ਚਾਰਾ ਫਸਲਾਂ ਹੁੰਦੀਆਂ ਗਈਆਂ ਫੂਡਰ ਕਰੋਪ। ਇੰਗਲਿਸ਼ ਦੇ ਵਿੱਚ ਫੂਡਰ ਕਰੋਪ ਕਹਿੰਦੇ ਨੇ, ਕਿਉਂਕਿ ਕੋਈ ਵੀ ਚੀਜ਼ ਦੇ ਵਿੱਚ ਆਪਾਂ ਪੇਪਰ ਦੇ ਵਿੱਚ ਜਾ ਕੇ ਉਲਝਣ ਨਹੀਂ, ਕਿਉਂਕਿ ਜਿਹੜਾ ਐਗਜ਼ਾਮੀਨਰ ਹੁੰਦਾ ਗਾ ਉਹਨੇ ਪੇਪਰ ਇਹ ਢੰਗ ਨਾਲ ਪਾਉਣਾ ਹੁੰਦਾ ਕਿ ਜਿਹੜਾ ਮੂਹਰਲਾ ਬੰਦਾ ਗਾ ਉਹਨੇ ਸਟੂਡੈਂਟ ਸਮਝ ਕੇ ਨਹੀਂ ਪਾਉਣਾ ਉਹਨੂੰ, ਉਹਨੇ ਪੇਪਰ ਪਾਉਣਾ ਉਹਨੂੰ ਟੀਚਰ ਸਮਝ ਕੇ। ਜਿਹੜਾ ਮੂਹਰਲਾ ਬੰਦਾ ਪੇਪਰ, ਜਿਵੇਂ ਆਪਾਂ ਪੇਪਰ ਦੇਣ ਜਾ ਰਹੇ ਹਾਂ, ਤਾਂ ਉਹਨੇ ਇਹ ਨਹੀਂ ਸਮਝਣਾ ਕਿ ਮੇਰੇ ਸਟੂਡੈਂਟ ਪੇਪਰ ਦੇਣ ਆ ਰਹੇ, ਉਹਨੇ ਇਹ ਸਮਝਣਾ ਕਿ ਟੀਚਰ ਪੇਪਰ ਦੇਣ ਆ ਰਿਹਾ, ਉਹ ਆਪਾਂ ਉਹਨਾਂ ਨੂੰ ਚੀਜ਼ਾਂ ਸਮਝਾਉਣੀਆਂ। ਇਹ ਇਸ ਤਰ੍ਹਾਂ ਦਾ ਪੇਪਰ ਪਾਉਂਦਾ ਹੁੰਦਾ। ਹੁਣ ਇੱਕ ਤਾਂ ਬੰਦੇ ਲੱਗਿਆ ਹੋਇਆ ਰੱਟਾ, ਉਹ ਤਾਂ ਕਹੂਗਾ ਚਾਰੇ ਵਾਲੀਆਂ ਫਸਲਾਂ। ਚਾਰੇ ਵਾਲੀਆਂ ਫਸਲਾਂ ਜੀ ਫੂਡਰ ਕਰੋਪ ਲਿਖਿਆ ਗਿਆ, ਉੱਥੇ ਉਲਝ ਜੋ ਬੰਦਾ ਕਿ ਫੂਡਰ ਕਰੋਪ ਕਿਹੜੀਆਂ ਹੁੰਦੀਆਂ ਗਈਆਂ। ਚਾਰੇ ਵਾਲੀਆਂ ਫਸਲਾਂ ਪੜ੍ਹ ਕੇ ਗਏ, ਫੂਡਰ ਕਰੋਪ ਨਹੀਂ ਪੜ੍ਹੀਆਂ, ਤਾਂ ਇਹੀ ਚੀਜ਼ਾਂ ਨੇ ਫਰਕ ਪਾ ਦੇਣਾ ਹੁੰਦਾ। ਠੀਕ ਹੈ। ਤਾਂ ਕਰਕੇ ਤੁਹਾਨੂੰ ਇਹ ਨਾਲ ਜਿਹੜੇ ਮੇਨ ਫੈਕਟ ਬਣਦੇ ਉਹ ਵੀ ਦੱਸ ਦਾਂਗਾ। ਅਤੇ ਜਿਹੜਾ ਬਾਜਰਾ ਅਤੇ ਜਵਾਰ ਹੈ, ਇਹਨਾਂ ਨੂੰ ਪੰਜਾਬ ਦੀਆਂ ਮੁੱਖ ਚਾਰੇ ਵਾਲੀਆਂ ਫਸਲਾਂ ਕਿਹਾ ਜਾਂਦਾ ਗਾ। ਠੀਕ ਹੈ। ਇਹ ਗੱਲ ਯਾਦ ਰੱਖਿਓ। ਖੇਤੀਬਾੜੀ ਦੇ ਨਾਲ ਵੀ ਸੰਬੰਧਿਤ ਪ੍ਰਸ਼ਨ ਆਉਣਗੇ ਤੁਹਾਨੂੰ। ਖੇਤੀਬਾੜੀ ਦੇ ਵਿੱਚ 3 ਸੀਜ਼ਨ ਹੁੰਦੇ ਆ, ਇਹ ਗੱਲ ਯਾਦ ਰੱਖਣੀ ਹੈ। ਸਭ ਤੋਂ ਪਹਿਲਾ ਸੀਜ਼ਨ ਹੁੰਦਾ ਰੱਬੀ, ਜ਼ੈਦ ਸੀਜ਼ਨ, ਖਰੀਫ ਸੀਜ਼ਨ। ਕਿਉਂਕਿ ਪੁੱਛ ਸਕਦੇ ਕਿੰਨੇ ਸੀਜ਼ਨ ਹੁੰਦੇ ਆ ਆਪਣੇ 3 ਸੀਜ਼ਨ ਹੁੰਦੇ ਆ। ਰੱਬੀ ਸੀਜ਼ਨ ਕਿਹੜਾ ਹੁੰਦਾ ਗਾ? ਰੱਬੀ ਸੀਜ਼ਨ ਦਾ ਹੁੰਦਾ ਗਾ ਨਵੰਬਰ ਤੋਂ ਲੈ ਕੇ ਮਾਰਚ ਤੱਕ ਦਾ। ਖਰੀਫ ਸੀਜ਼ਨ ਕਿਹੜਾ ਹੁੰਦਾ? ਜੂਨ ਤੋਂ ਲੈ ਕੇ ਸਤੰਬਰ ਤੱਕ ਦਾ। ਠੀਕ ਹੈ। ਹੁਣ ਪ੍ਰਸ਼ਨ ਵਿੱਚ ਇਹ ਪੁੱਛਣਾ ਕਿ ਜ਼ੈਦ ਸੀਜ਼ਨ ਕਿਹੜਾ ਹੁੰਦਾ? ਜ਼ੈਦ ਸੀਜ਼ਨ ਉਹ ਹੁੰਦਾ ਜਿਹੜਾ ਇਹਨਾਂ ਦੋਨਾਂ ਸੀਜ਼ਨਾਂ ਦੇ ਵਿਚਾਲੇ ਸੀਜ਼ਨ ਆਉਂਦਾ ਗਾ, ਉਹਨੂੰ ਕਿਹੜਾ ਸੀਜ਼ਨ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਜ਼ੈਦ ਸੀਜ਼ਨ। ਠੀਕ ਹੈ। ਜ਼ੈਦ ਸੀਜ਼ਨ ਦੇ ਵਿੱਚ ਕੀ ਵੇਚਿਆ ਜਾਂਦਾ ਹੁੰਦਾ ਗਾ? ਵਾਟਰਮੈਲਨ। ਹੁਣ ਕਹਿਣਗੇ ਵਾਟਰਮੈਲਨ ਕੀ ਹੁੰਦਾ? ਤਰਬੂਜ ਹੁੰਦੇ ਆ ਭਾਈ, ਉਹਨੂੰ ਕਹਿ ਦਿੰਦੇ ਆ। ਖੀਰੇ ਹੋ ਗਏ। ਠੀਕ ਹੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਵਿਚਾਲੇ ਦੇ ਜ਼ੈਦ ਸੀਜ਼ਨ ਦੇ ਵਿੱਚ ਬੀਜੀਆਂ ਜਾਂਦੀਆਂ ਹੈਗੀਆਂ। ਕਿਹੜੀ ਨਦੀ ਮਾਲਵਾ ਖੇਤਰਾਂ ਵਿੱਚੋਂ ਲੰਘਦੀ ਹੈ? ਸਤਲੁਜ ਨਦੀ ਹੈ ਜਿਹੜੀ ਮਾਲਵਾ ਖੇਤਰਾਂ ਵਿੱਚੋਂ ਲੰਘਦੀ ਹੈ। ਹੁਣ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਦਬਾਬਾ ਕਿਹੜੇ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਹੈਗਾ? ਤਾਂ ਬਿਆਸ ਅਤੇ ਸਤਲੁਜ, ਇਹਨਾਂ ਦੋਹਾਂ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈਗਾ? ਦਬਾਬਾ ਕਿਹਾ ਜਾਂਦਾ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਨੰਬਰ 1 'ਤੇ ਦੂਸਰਾ ਪ੍ਰਸ਼ਨ ਪੁੱਛਿਆ ਜਾਊਗਾ ਮਾਝਾ। ਮਾਝਾ ਕਿਹੜੇ ਖੇਤਰਾਂ ਨੂੰ ਕਿਹਾ ਜਾਂਦਾ ਹੈਗਾ? ਬਿਆਸ ਅਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ? ਮਾਝਾ। ਹੁਣ ਗੱਲ ਆ ਗਈ ਮਾਲਵਾ 'ਤੇ। ਮਾਲਵਾ ਇਹਨਾਂ ਸਾਰਿਆਂ ਦੇ ਵਿੱਚੋਂ ਵੱਡਾ ਹੈਗਾ। ਸਤਲੁਜ ਦੇ ਹੇਠਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈਗਾ? ਮਾਲਵਾ ਕਿਹਾ ਜਾਂਦਾ। ਇਹ ਗੱਲ ਯਾਦ ਰੱਖਣਾ। ਮਾਲਵੇ ਲੋਕਾਂ ਨੂੰ ਮਲਵਈ ਕਿਹਾ ਜਾਂਦਾ, ਮਾਝੇ ਲੋਕਾਂ ਨੂੰ ਮਝੈਲ ਕਿਹਾ ਜਾਂਦਾ। ਮਾਝੀ। ਠੀਕ ਹੈ। ਸਰਹੰਦ ਨਦੀ ਕਿਸ ਨਦੀ ਨਾਲ ਜੁੜੀ ਹੋਈ ਹੈ? ਸਰਹੰਦ ਨਹਿਰ। ਤਾਂ ਸਰਹੰਦ ਨਹਿਰ ਭਾਈ ਸਤਲੁਜ ਨਾਲ ਜੁੜੀ ਹੋਈ ਹੈ। ਇੱਕ ਪ੍ਰਸ਼ਨ ਇਹ ਬਣਦਾ ਹੁੰਦਾ, ਦੂਸਰਾ ਪ੍ਰਸ਼ਨ ਇਹ ਬਣਦਾ ਹੁੰਦਾ ਕਿ ਜਿਹੜਾ ਆਪਣਾ ਭਾਖੜਾ ਡੈਮ ਹੈਗਾ, ਠੀਕ ਹੈ, ਇਹ ਕਿਹੜੇ ਦਰਿਆ 'ਤੇ ਬਣਿਆ ਹੋਇਆ? ਇਹ ਬਣਿਆ ਹੋਇਆ ਸਤਲੁਜ ਦਰਿਆ 'ਤੇ। ਇੱਕ ਪ੍ਰਸ਼ਨ ਇਹ ਪੁੱਛਿਆ ਜਾਂਦਾ ਹੁੰਦਾ ਕਿ ਇਹਦੇ ਮਗਰ ਇੱਕ ਝੀਲ ਹੈ। ਕਿਹਦੇ ਮਗਰ? ਜਿਹੜੀ ਆਪਣੀ ਸਤਲੁਜ ਦੇ ਜਿਹੜੇ ਡੈਮ ਬਣਿਆ ਹੋਇਆ, ਇਹਦੇ ਮਗਰ ਇੱਕ ਝੀਲ ਬਣੀ ਹੋਈ ਹੈ। ਉਹ ਝੀਲ ਦਾ ਨਾਮ ਕੀ ਹੈ? ਉਹ ਝੀਲ ਦਾ ਨਾਮ ਹੈਗਾ ਗਾ ਗੋਬਿੰਦ ਸਾਗਰ ਝੀਲ। ਓਕੇ। ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿੱਚ ਚੌਸ ਸੰਬੰਧਿਤ ਹੈ? ਹੁਸ਼ਿਆਰਪੁਰ ਦੇ ਵਿੱਚ ਚੌਸ ਸੰਬੰਧਿਤ ਹੈ। ਬਸ ਇੱਦਾਂ ਹੀ ਯਾਦ ਕਰ ਲਿਓ। ਠੀਕ ਹੈ। ਜਿਹੜਾ ਗੁਰਦਾਸਪੁਰ ਹੈ, ਪਠਾਨਕੋਟ ਹੈ, ਇਹ ਆਪਣੇ ਦੁਆਬੇ ਮਾਝੇ ਖੇਤਰ ਦੇ ਵਿੱਚ ਆ ਜਾਂਦੇ ਆ। ਇਹ ਜਗ੍ਹਾ ਯਾਦ ਰੱਖਣੀ ਹੈ।
ਪੰਜਾਬ ਦੇ ਦੁਆਬ ਖੇਤਰਾਂ ਵਿੱਚ ਕਿਸ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਜਲ ਭੂਮੀ ਮਿੱਟੀ, ਠੀਕ ਹੈ, ਇਹ ਪਾਈ ਜਾਂਦੀ ਹੈ। ਅਤੇ ਕਾਲੀ ਮਿੱਟੀ ਕਾਹਦੀ ਫਸਲ ਲਈ ਸਭ ਤੋਂ ਵਧੀਆ ਹੁੰਦੀ ਹੈ? ਕਪਾਹ ਦੀ ਫਸਲ ਲਈ ਸਭ ਤੋਂ ਵਧੀਆ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਮੋਇਸਚਰ ਜ਼ਿਆਦਾ ਹੁੰਦਾ ਹੈਗਾ। ਪੰਜਾਬ ਦਾ ਸ਼ੁੱਧ ਬੀਜਿਆ ਹੋਇਆ ਖੇਤਰ ਕਿੰਨਾ? ਕਿੰਨੇ ਪੰਜਾਬ ਦੇ ਏਰੀਏ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ, ਸਿੰਜਾਈ ਕੀਤੀ ਜਾਂਦੀ ਹੈ? ਸ਼ੁੱਧ ਬੀਜਿਆ ਹੋਇਆ ਖੇਤਰ ਕਿੰਨਾ ਗਾ? 83% ਏਰੀਆ ਆਪਣਾ ਕੀ ਹੈ? ਸ਼ੁੱਧ ਬੀਜਿਆ ਹੋਇਆ ਹੈਗਾ। ਇਹ ਗੱਲ ਯਾਦ ਰੱਖਣੀ। ਅੰਕੜੇ ਭਾਈ, ਅੰਕੜੇ ਤੁਹਾਨੂੰ ਸਿੱਧੇ ਯਾਦ ਕਰਨੇ ਪੈਣਗੇ। ਭਾਖੜਾ ਡੈਮ ਕਿਸ ਨਦੀ 'ਤੇ ਬਣਿਆ ਹੋਇਆ ਹੈ? ਇਹ ਤੁਹਾਨੂੰ ਦੱਸ ਕੇ ਗਿਆ ਮੈਂ ਹੁਣੀ, ਸਤਲੁਜ 'ਤੇ ਬਣਾਇਆ ਹੋਇਆ। ਮਗਰ ਕਿਹੜੀ ਝੀਲ ਹੈ ਇਹਦੇ? ਗੋਬਿੰਦ ਸਾਗਰ ਝੀਲ ਹੈ। ਕਿਹੜੇ ਕਿਹੜੇ ਦੇਸ਼ਾਂ ਨੂੰ ਭਾਖੜਾ ਡੈਮ ਤੋਂ ਫਾਇਦਾ ਹੁੰਦਾ? ਕਿਹੜੀ ਕਿਹੜੀ ਸਟੇਟਾਂ ਨੂੰ? ਪੰਜਾਬ, ਹਰਿਆਣਾ, ਹਿਮਾਚਲ, ਇਹਨਾਂ ਨੂੰ ਫਾਇਦਾ ਹੁੰਦਾ ਕੀ ਤੋਂ? ਆਪਣੇ ਭਾਖੜਾ ਡੈਮ ਤੋਂ। ਸਤਲੁਜ ਅਤੇ ਬਿਆਸ ਦਾ ਸੰਗਮ ਕਿੱਥੇ ਹੁੰਦਾ? ਤਾਂ ਹਰੇਕ ਬੱਚੇ, ਛੋਟੇ ਤੋਂ ਛੋਟੇ ਬੱਚੇ ਨੂੰ ਪਤਾ ਹੋਊਗਾ, ਹਰੀਕੇ ਪੱਤਨ, ਠੀਕ ਹੈ। ਹਰੀਕੇ ਪੱਤਨ ਕੀ ਹੁੰਦਾ ਹੈਗਾ? ਸਤਲੁਜ ਦੇ ਬਿਆਸ ਮਿਲਦੇ ਆ। ਬਚਿੱਤਰ ਨਾਟਕ ਹੇਠ ਲਿਖਿਆ ਵਿੱਚੋਂ ਕਿਸ ਦੀ ਰਚਨਾ ਹੈ? ਤਾਂ ਤੁਹਾਨੂੰ ਪਤਾ ਹੀ ਹੋਊਗਾ, ਜਿਹੜੀ ਬਚਿੱਤਰ ਨਾਟਕ ਹੈ ਇਹ ਹੈਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ, ਜਿਹੜੇ ਕਿ ਸਿੱਖਾਂ ਦੇ 10ਵੇਂ ਗੁਰੂ ਸਨ, ਠੀਕ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ ਸਿੱਖਾਂ ਦੇ 6ਵੇਂ ਗੁਰੂ ਸਨ। ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ 2ਰੇ ਗੁਰੂ ਸਨ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ 1 ਗੁਰੂ ਸਨ। ਤਰਨ ਤਾਰਨ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ? ਸ਼ਹਿਰਾਂ ਦੀ ਸਥਾਪਨਾ ਤੋਂ ਵੀ ਪ੍ਰਸ਼ਨ ਬਹੁਤ ਬਣਨੇ ਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ। ਤਰਨ ਤਾਰਨ ਸਾਹਿਬ ਦੀ ਕੀ ਕਰੀ ਸੀ? ਵਸਾਇਆ ਸੀ ਤਰਨ ਤਾਰਨ ਸ਼ਹਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਹਿੰਦ ਦੀ ਚਾਦਰ ਕਿਸ ਗੁਰੂ ਸਾਹਿਬਾਨ ਨੂੰ ਕਿਹਾ ਜਾਂਦਾ? ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ। ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੀ ਹਿੰਦ ਦੀ ਚਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਗਾ। ਇਹ ਗੱਲ ਵੀ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਓ, ਠੀਕ ਹੈ ਜੀ। ਕਿਸ ਗੁਰੂ ਨੇ ਆਦਿ ਗ੍ਰੰਥ ਲਿਖਿਆ ਹੈ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਲਿਖਿਆ ਸੀ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਤੇ ਇਹਨੂੰ ਸ਼ਹੀਦ ਕਿਹਨੇ ਕੀਤਾ ਸੀ? ਇਹਨਾਂ ਗੁਰੂ ਆਪਣੇ ਸਿੱਖਾਂ ਦੇ 5ਵੇਂ ਗੁਰੂ ਸਨ। ਅਤੇ ਜਿਹੜਾ ਪਿਰਥੀਆ ਸੀ, ਪਿਰਥੀਆ ਇਹਨਾਂ ਦਾ ਬ੍ਰਦਰ ਸੀ, ਉਹ ਇਹਨਾਂ ਨੂੰ ਜੈਲਸੀ ਫੀਲ ਕਰਦਾ ਸੀ, ਮੱਚਦਾ ਸੀ ਇਹਨਾਂ 'ਤੇ। ਅਤੇ ਉਹਨੇ ਜਾ ਕੇ ਜਿਹੜਾ ਜਹਾਂਗੀਰ ਸੀ, ਠੀਕ ਹੈ, ਜਹਾਂਗੀਰ ਨੂੰ ਜਾ ਕੇ ਨੇ ਉਂਗਲ ਲਾਤੀ ਕਿ ਭਾਈ ਜਿਹੜਾ ਗੁਰੂ ਅਰਜਨ ਦੇਵ ਜੀ ਹੈ ਇਹ ਤੁਹਾਡੇ ਵਿਰੁੱਧ ਸਾਜ਼ਿਸ਼ਾਂ ਘੜ ਰਹੇ ਨੇ, ਆਪਦਾ ਧਰਮ ਵਿਕਸਿਤ ਕਰ ਰਹੇ ਨੇ। ਇੱਕ ਦਿਨ ਇਹੋ ਜਿਹਾ ਹੋਣਾ ਕਿ ਆਪਣਾ ਧਰਮ, ਆਪਣਾ ਮੁਗਲ ਸਾਮਰਾਜ ਖਤਮ ਹੋ ਜਾਣਾ ਅਤੇ ਇਹਨਾਂ ਨੇ ਆਪਦਾ ਕਬਜ਼ਾ ਕਰ ਲੈਣਾ। ਇਹ ਜਾ ਕੇ ਉਂਗਲਾਂ ਲਾਉਂਦਾ ਰਹਿੰਦਾ ਸੀ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਤੀ। ਤਾਂ ਫਿਰ ਜਿਹੜਾ ਇਹ ਸੀ ਆਪਣਾ ਜਹਾਂਗੀਰ, ਇਹਨੇ ਗੁਰੂ ਜੀ ਨੂੰ ਬੰਦੀ ਬਣਾ ਲਿਆ ਸੀ ਅਤੇ ਤੱਤੀ ਤਵੀ 'ਤੇ ਬਿਠਾ ਕੇ ਤਸੀਹੇ ਦੇ ਕੇ ਤਾਂ ਇਹਨਾਂ ਨੂੰ ਸ਼ਹੀਦ ਕਰਵਾਤਾ ਸੀ, ਠੀਕ ਹੈ ਜੀ। ਇਹ ਗੱਲ ਯਾਦ ਰੱਖਣਾ। 1604 ਦੇ ਵਿੱਚ ਇਹਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀ। ਅਤੇ 1606 ਦੇ ਵਿੱਚ 22 ਮਈ 1606 ਨੂੰ ਤਾਂ ਇਹਨਾਂ ਨੂੰ ਫੜ ਕੇ ਲੈ ਕੇ ਗਏ ਆ ਗੁਰੂ ਜੀ ਨੂੰ, ਅਤੇ 28 ਮਈ 1606 ਨੂੰ ਇਹਨਾਂ ਨੂੰ ਸ਼ਹੀਦ ਕਰਤਾ ਸੀ, ਠੀਕ ਹੈ ਜੀ। ਕਿਸ ਨੇ ਭੰਗੀ ਮਿਸਲ ਦੀ ਨੀਂਹ ਰੱਖੀ ਸੀ? ਕਿਸੇ ਭੰਗੀ ਮਿਸਲ ਦੀ ਨੀਂਹ ਰੱਖੀ ਤਾਂ ਇਹ ਰੱਖੀ ਸੀ ਹਰੀ ਸਿੰਘ ਨੇ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀ, ਟ੍ਰਿਕ ਨਾਲ ਯਾਦ ਕਰਵਾਇਆ ਸੀ ਕਿ ਭੰਗ ਹਰੀ ਹੁੰਦੀ ਹੈ, ਐਂ ਯਾਦ ਕਰ ਲਿਓ। ਗਧਿਆਂ ਦੀ ਪੂਜਾ ਕਿਸ ਦੇ ਮੇਲੇ ਵਿੱਚ ਕੀਤੀ ਜਾਂਦੀ ਹੈ? ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਜਰਗ ਦੇ ਮੇਲੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ੀਤਲਾ ਮਾਈ ਹੋ ਗਈ ਜਰਗ ਦੇ ਮੇਲੇ ਵਿੱਚ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਹ ਮੇਲੇ ਕਿੱਥੇ ਲੱਗਦੇ ਆ? ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗਦੇ ਆ ਜ਼ਿਆਦਾਤਰ ਇਹ ਮੇਲੇ। ਇਹਨਾਂ ਵਿੱਚੋਂ ਕਿਹੜਾ ਨਾਚ ਸਿਰਫ ਔਰਤਾਂ ਦੁਆਰਾ ਕੀਤਾ ਜਾਂਦਾ ਹੈ? ਇੱਥੇ ਔਰਤਾਂ ਲਿਖਣੀਆਂ ਸੀ ਤਾਂ ਸੰਮੀ ਹੁੰਦਾ ਜਿਹੜਾ, ਇਹ ਔਰਤਾਂ ਦੁਆਰਾ ਕੀਤਾ ਜਾ ਸਕਦਾ। ਲੂਡੀ ਤਾਂ ਬੰਦੇ ਵੀ ਪਾ ਸਕਦੇ ਆ, ਠੀਕ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦਾ ਬਾਲਹੁੱਡ ਨੇਮ, ਕਹਿੰਦਾ ਮਤਲਬ ਕਿ ਜੋ ਬੱਚੇ ਸੀ ਉਹ, ਉਹਨਾਂ ਦਾ ਕੀ ਨਾਮ ਸੀ? ਭਾਈ ਜੇਠਾ ਜੀ ਸੀ ਉਹਨਾਂ ਦਾ ਨਾਮ, ਠੀਕ ਹੈ। ਅਤੇ ਭਾਈ ਲਹਿਣਾ ਜੀ ਕਿਹਦਾ ਨਾਮ ਸੀ? ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਸੀ ਭਾਈ ਲਹਿਣਾ ਜੀ, ਠੀਕ ਹੈ ਜੀ। ਇਹ ਗੱਲ ਵੀ ਯਾਦ ਰੱਖਣਾ। ਇੱਕ ਸੱਚ ਮੈਂ ਗੱਲ ਯਾਦ ਕਰਨਾ, ਇੱਕ ਸੱਚ ਪਿਛਲਾ ਜਿਹੜਾ ਮੌਕ ਟੈਸਟ ਲਿੱਤਾ ਸੀ ਨਾ, ਉਹਦੇ ਵਿੱਚ ਮੈਨੂੰ ਇਹ ਲੱਗਿਆ ਕਿ ਤਾਂ ਰਾਸ਼ਟਰਪਤੀ ਲਿਖਿਆ ਹੋਇਆ। ਮੈਂ ਧਿਆਨ ਨਾਲ ਨਹੀਂ ਦੇਖਿਆ, ਕਿਉਂਕਿ ਮੈਂ ਨਾ ਜੋ ਟਾਈਪ ਕਰਦਾ, ਜੋ ਰਾਸ਼ਟਰਪਤੀ ਲਿਖਦਾ ਸੀ, ਉਹ ਕਿਸੇ ਕਾਰਨ ਉੱਥੇ ਪ੍ਰਧਾਨ ਮੰਤਰੀ ਲਿਖਿਆ ਗਿਆ ਸੀ। ਤਾਂ ਆਪਣੇ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਤਾਂ ਇੰਦਰਾ ਗਾਂਧੀ ਹੈ, ਠੀਕ ਹੈ।
ਤੇ ਉਹ ਗੱਲ ਹੋ ਰਹੀ ਸੀ ਪਰ ਰਾਸ਼ਟਰਪਤੀ ਦੀ, ਤਾਂ ਉਹ ਪ੍ਰਸ਼ਨ ਠੀਕ ਕਰ ਲਿਓ। ਉੱਥੇ ਤੁਸੀਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਕੱਟ ਕੇ ਰਾਸ਼ਟਰਪਤੀ ਕਰ ਲਿਓ। ਰਾਸ਼ਟਰਪਤੀ ਆਪਣੀ ਪਹਿਲੀ ਕਿਹੜੀ ਸੀ ਭਾਰਤ ਦੀ? ਉਹ ਹੈਗੀ ਸੀ ਪ੍ਰਤਿਭਾ ਪਾਟਿਲ। ਠੀਕ ਹੈ, ਪ੍ਰਤਿਭਾ ਪਾਟਿਲ ਸੀ। ਅਤੇ ਜਿਹੜੀ ਨਾਇਕੇ ਸੀ, ਇਹ ਆਪਣੀ ਦੁਨੀਆ ਦੀ ਪਹਿਲੀ ਰਾਸ਼ਟਰਪਤੀ ਸੀ। ਠੀਕ ਹੈ, ਨਾਇਕੇ ਸੀ ਜਿਹੜੀ, ਅਤੇ ਉਹ ਠੀਕ ਕਰ ਲਿਓ। ਉਹ ਮੈਨੂੰ ਲੱਗਿਆ ਕਿ ਮੈਂ ਤਾਂ ਰਾਸ਼ਟਰਪਤੀ ਲਿਖਦਾ, ਜੋ ਗਲਤੀ ਨਾਲ ਪ੍ਰਧਾਨ ਮੰਤਰੀ ਲਿਖਿਆ ਗਿਆ, ਤਾਂ ਇਹਦਾ ਆਪਸ਼ਨਾਂ ਦੇ ਵਿੱਚ ਇੰਦਰਾ ਗਾਂਧੀ ਹੈ ਨਹੀਂ ਸੀ। ਠੀਕ ਹੈ, ਅਤੇ ਉਹ ਠੀਕ ਕਰ ਲਿਓ ਸਾਰੇ ਬੱਚੇ ਆਪਦੇ। ਕਿਸ ਗੁਰੂ ਨੇ ਆਦਿ ਗ੍ਰੰਥ ਲਿਖਿਆ ਹੈਗਾ? ਇਹਦਾ ਦੁਬਾਰਾ ਪ੍ਰਸ਼ਨ ਰਿਪੀਟ ਹੋ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਲਿਖਿਆ ਸੀ। ਕਦੋਂ ਲਿਖਿਆ ਸੀ? 1604 ਦੇ ਵਿੱਚ। ਸ਼ਹੀਦ ਕਦੋਂ ਹੋਏ ਸੀ? 1606 ਦੇ ਵਿੱਚ। ਕਿਹਨੇ ਸ਼ਹੀਦ ਕੀਤਾ ਸੀ? ਜਹਾਂਗੀਰ ਨੇ। ਕਿਸ ਨੇ ਦਿੱਲੀ ਦੀਆਂ ਗਲੀਆਂ ਲਿਖੀ ਸੀ? ਰਸੀਦੀ ਟਿਕਟ ਤੇ ਦਿੱਲੀ ਦੀਆਂ ਗਲੀਆਂ, ਇਹ ਲਿਖੀ ਹੋਈ ਆ ਅੰਮ੍ਰਿਤਾ ਪ੍ਰੀਤਮ ਦੀ। ਬਹੁਤ 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 ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈਗਾ, ਪੁੱਛਣ ਦੇ ਫੁੱਲ ਚਾਂਸ ਨੇ ਇਹਦੇ 'ਚੋਂ। ਠੀਕ ਹੈ, ਕੋਈ ਚਾਂਸ ਨਹੀਂ ਹੈਗਾ ਕਿ ਇਹਦੇ 'ਚ ਕੋਈ ਵੀ ਆਪਰੇਸ਼ਨ ਮਿਸ ਹੋ ਜੇ, ਪੱਕੀ ਪੁੱਛਿਆ ਜਾਣਾ ਇਹਦੇ 'ਚੋਂ। ਠੀਕ ਹੈ, ਹੁਣ ਚੱਲਦੇ ਆਪਾਂ ਅੱਗੇ। ਗੁੱਗਾ ਨੌਮੀ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈਗਾ? ਜਿਹੜਾ ਗੁੱਗਾ ਨੌਮੀ ਤਿਉਹਾਰ ਆ ਭਾਈ, ਇਹ ਮਨਾਇਆ ਜਾਂਦਾ ਫੱਗਣ ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਿਓ। ਫੱਗਣ ਦੇ ਵਿੱਚ। ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ? ਦੇਖੋ, ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ ਹੈ? ਤਾਂ ਇਹ ਮਨਾਇਆ ਜਾਂਦਾ ਅਨੰਦਪੁਰ ਸਾਹਿਬ ਦੇ ਵਿੱਚ। ਅਨੰਦਪੁਰ ਸਾਹਿਬ ਦੇ ਵਿੱਚ ਸਭ ਤੋਂ ਜਿਹੜਾ ਫੇਮਸ ਆਪਣੇ ਇੰਡੀਆ ਦਾ ਫੇਮਸ ਹੀ ਲਾ ਲਓ ਕਿ ਸਭ ਤੋਂ ਵੱਡਾ ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ? ਅਨੰਦਪੁਰ ਸਾਹਿਬ ਦੇ ਵਿੱਚ। ਅਤੇ ਦੀਵਾਲੀ ਕਿੱਥੋਂ ਦੀ ਮਸ਼ਹੂਰ ਹੈ? ਅੰਮ੍ਰਿਤਸਰ ਦੀ। ਹੁਣ ਚੱਲਦੇ ਆਪਾਂ ਅੱਗੇ। ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ? ਜਦੋਂ ਆਪਾਂ ਪਤੰਗ ਪਤੰਗ ਉਡਾਉਂਦੇ ਆ ਭਾਈ, ਤਾਂ ਇਹ ਤਿਉਹਾਰ ਆ ਜਿਹੜਾ ਕਿਸ ਮਹੀਨੇ ਮਨਾਇਆ ਜਾਂਦਾ ਹੈਗਾ? ਇਹ ਤਿਉਹਾਰ ਮਨਾਇਆ ਜਾਂਦਾ ਆਪਣੇ ਮਾਘ ਦੇ ਮਹੀਨੇ। ਠੀਕ ਹੈ, ਇੱਕ ਵਿਸ਼ੇ ਹੋਰ ਆਉਂਦਾ, ਪੋਹ ਦੇ ਵਿੱਚ ਆਪਣੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਛੋਟੇ ਸਾਹਿਬਜ਼ਾਦੇ। ਠੀਕ ਹੈ, ਛੋਟੇ ਸਾਹਿਬਜ਼ਾਦੇ ਦੇ ਨਾਂ ਦੱਸੋ ਕਮੈਂਟਾਂ ਦੇ ਵਿੱਚ, ਦੇਖੀਏ ਯਾਰ ਸਾਨੂੰ ਪਤਾ ਹੈਗਾ ਕਿ ਨਹੀਂ ਹੈਗਾ ਕਿ ਆਪਣੇ ਛੋਟੇ ਸਾਹਿਬਜ਼ਾਦੇ ਦੇ ਨਾਮ ਕੀ ਸੀ। ਠੀਕ ਹੈ, ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ। ਆਧੁਨਿਕ ਪੰਜਾਬੀ, ਇਹ ਤਾਂ ਸਾਰਿਆਂ ਨੂੰ ਪਤਾ ਤੁਹਾਨੂੰ। ਆਧੁਨਿਕ ਪੰਜਾਬੀ ਸਾਹਿਤ ਦਾ ਫਾਊਂਡਰ ਜਾਂ ਪਾਇਓਨੀਰ, ਪਾਇਓਨੀਰ ਵੀ ਲਿਖਿਆ ਆ ਸਕਦਾ। ਪਾਇਓਨੀਰ ਅਤੇ ਫਾਊਂਡਰ ਜਾਂ ਖੋਜ ਕਰਤਾ, ਇਹਨਾਂ ਸਾਰਿਆਂ ਦਾ ਇਹੀ ਮਤਲਬ ਹੈ, ਇੱਕ ਹੀ ਮਤਲਬ ਹੈ। ਠੀਕ ਹੈ, ਤਾਂ ਇਹ ਹੈਗਾ ਜੀ ਭਾਈ ਵੀਰ ਸਿੰਘ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਬੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਇਹਦਾ। ਕਿਸ ਨੇ ਦੁਰਗਿਆਣਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਸੀ? ਦੁਰਗਿਆਣਾ ਮੰਦਿਰ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਮਦਨ ਮੋਹਨ ਮਾਲਵੀਆ। ਕੌਣ ਸੀ ਆਪਣਾ? ਮਦਨ ਮੋਹਨ ਮਾਲਵੀਆ ਸੀ ਜਿਹੜਾ, ਇਹਨੇ ਆਪਣੇ ਦੁਰਗਿਆਣਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਸੀ। ਇਹ ਗੱਲ ਯਾਦ ਰੱਖਣੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਅਤੇ ਲਾਲਾ ਲਾਜਪਤ ਰਾਏ ਕੌਣ ਸੀ? ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅਤੇ ਪੰਜਾਬ ਕੇਸਰੀ ਦੇ ਨਾਂ ਨਾਲ ਜਾਣਿਆ ਜਾਂਦਾ। ਅਤੇ 1928 ਦੇ ਵਿੱਚ ਜਦੋਂ ਸਾਈਮਨ ਕਮਿਸ਼ਨ ਆਇਆ ਸੀ, ਜਿਹਨੂੰ ਆਪਾਂ ਵਾਈਟਮੈਨ ਕਮਿਸ਼ਨ ਵੀ ਕਹਿੰਦੇ ਨੇ, ਉਹਦਾ ਵਿਰੋਧ ਕਰ ਰਹੇ ਸੀ ਇਹ, ਕਿਉਂਕਿ ਉਹ ਜ਼ਿਲ੍ਹਿਆਂਵਾਲੇ ਘਟਨਾ ਸੀ ਜਿਹੜੀ, ਉਹਦੀ ਇਨਕੁਆਇਰੀ ਕਰਦੇ ਫਿਰਦੇ ਸੀ, ਜਿਹਦੇ ਵਿੱਚ ਕੋਈ ਵੀ ਭਾਰਤੀ ਨਹੀਂ ਸੀਗਾ। ਠੀਕ ਹੈ, ਤਾਂ ਕਰਕੇ ਉਹਦਾ ਵਿਰੋਧ ਵੀ ਕੀਤਾ ਇਹਨਾਂ ਨੇ। ਤਾਂ ਉਹਦੇ ਨੇ ਸਿਰ 'ਚ ਸਾਡਰਸ ਸੀ ਜਿਹੜਾ, ਉਹਨੇ ਸਿਰ 'ਚ ਲਾਠੀਆਂ ਮਾਰ ਮਾਰ ਕੇ ਇਹਨਾਂ ਨੂੰ ਸ਼ਹੀਦ ਕਰਤਾ ਸੀ। ਕਿਹਨੂੰ? ਲਾਲਾ ਲਾਜਪਤ ਰਾਏ ਨੂੰ। ਉਹਦੀ ਮੌਤ ਦਾ ਬਦਲਾ ਕਿਹਨੇ ਲਿੱਤਾ ਸੀ? ਤਾਂ ਭਗਤ ਸਿੰਘ ਨੇ ਉਹਦੀ ਮੌਤ ਦਾ ਬਦਲਾ ਲਿੱਤਾ ਸੀ। ਅਤੇ 1931 ਦੇ ਵਿੱਚ ਭਗਤ ਸਿੰਘ ਨੂੰ ਫਾਂਸੀ ਸਜ਼ਾ ਸੁਣਾਤੀ ਸੀ। ਠੀਕ ਹੈ, ਉਦੋਂ ਇਹਨਾਂ ਦੇ ਇੱਕ ਕੇਸ ਤਾਂ ਇਹ ਪਿਆ ਹੋਇਆ ਸੀ, ਇੱਕ ਜਿਹੜਾ ਇਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ। ਠੀਕ ਹੈ, ਗੋਪਾਲ ਕ੍ਰਿਸ਼ਨ ਗੋਖਲੇ ਕੌਣ ਨੇ? ਗੋਪਾਲ ਕ੍ਰਿਸ਼ਨ ਗੋਖਲੇ ਜਿਹੜੇ, ਇਹ ਮਹਾਤਮਾ ਗਾਂਧੀ ਹੈ ਜਿਹੜਾ, ਉਹਦੇ ਪੋਲੀਟੀਕਲ ਗੁਰੂ ਸੀ। ਠੀਕ ਹੈ, ਅਤੇ ਇਹ ਕਿਹੜੇ ਧੜੇ ਦੇ ਮਾਲਕ ਸਨ? ਜਦੋਂ 1907 ਦੇ ਵਿੱਚ ਸੂਰਤ ਵਿਭਾਜਨ ਹੋਇਆ ਸੀ, 1907 ਦੇ ਵਿੱਚ ਸੂਰਤ ਵਿਭਾਜਨ ਹੋਇਆ ਸੀ, ਤਾਂ INC ਸੀ ਜਿਹੜੀ ਕਾਂਗਰਸ ਸੀ, ਦੋ ਧੜਿਆਂ 'ਚ ਵੰਡੀ ਗਈ ਸੀ। ਕਿਹੜਾ? ਗਰਮ ਧੜਾ ਅਤੇ ਨਰਮ ਧੜਾ। ਜਿਹੜਾ ਨਰਮ ਧੜਾ ਸੀ ਉਹਦੇ ਪ੍ਰਧਾਨ ਤਾਂ ਕ੍ਰਿਸ਼ਨ ਗੋਖਲੇ ਸਨ, ਜਿਹੜਾ ਗਰਮ ਧੜਾ ਸੀ ਉਹਦੇ ਹੈਗੇ ਸੀ ਗੰਗਾਧਰ ਤਿਲਕ। ਠੀਕ ਹੈ, ਇਹ ਵੀ ਯਾਦ ਰੱਖਣਾ। ਪੰਜਾਬ ਦੀ ਕੁੱਲ ਆਬਾਦੀ ਸਾਖਰਤਾ ਦਰ ਕਿੰਨੀ ਹੈ? ਸਾਖਰਤਾ ਦਰ ਹੁੰਦਾ ਹੈਗਾ ਲਿਟਰੇਸੀ ਰੇਟ, ਇਹ ਕਿੰਨੇ ਪੜ੍ਹੇ ਲਿਖੀ ਜਨਤਾ ਆਪਣੇ ਪੰਜਾਬ ਦੇ ਵਿੱਚ।
ਤਾਂ 76.7%। ਠੀਕ ਹੈ, ਇਹ ਆਪਣੀ ਕੀ ਹੈ, ਪੜ੍ਹੀ ਲਿਖੀ ਜਨਤਾ ਗੀ ਇੰਨੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਲਿੰਗ ਅਨੁਪਾਤ ਪੰਜਾਬ ਦੇ ਵਿੱਚ ਕੀ ਹੈ? ਲਿੰਗ ਅਨੁਪਾਤ ਦਾ ਮਤਲਬ ਹੁੰਦਾ ਹੈਗਾ ਕਿ ਮਰਦਾਂ ਅਤੇ ਔਰਤਾਂ ਦਾ ਆਪਸ ਦੇ ਵਿੱਚ ਕਿੰਨਾ ਰੇਸ਼ੋ ਆ, ਕਿੰਨਾ ਡਿਫਰੈਂਸ ਹੈ। ਤਾਂ ਇਹਦਾ ਮਤਲਬ ਇਹ ਹੈ ਕਿ 1000 ਮਗਰ 893 ਔਰਤਾਂ ਹਨ। ਠੀਕ ਹੈ। ਸਰਪੇਸ਼ ਕੀ ਹੁੰਦਾ ਹੈ? ਇਹ ਪ੍ਰਸ਼ਨ ਬਹੁਤ ਵਾਰੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਵੀ। ਪੱਗ ਦੇ ਅੱਗੇ ਪਹਿਨਿਆ ਜਾਂਦਾ ਇੱਕ ਗਹਿਣਾ, ਉਹਨੂੰ ਕੀ ਕਿਹਾ ਜਾਂਦਾ? ਪ੍ਰਵੇਸ਼, ਸਰਪੇਸ਼ ਕਿਹਾ ਜਾਂਦਾ। ਇਹ ਪ੍ਰਸ਼ਨ ਪੇਪਰ ਦੇ ਵਿੱਚ 100% ਪੁੱਛੇ ਜਾਣਗੇ ਸੋਤੋਂ। ਠੀਕ ਹੈ। ਅਤੇ ਇਹ ਪ੍ਰਸ਼ਨ ਸਾਰੀ ਵੀਡੀਓ ਘੱਟੋ ਘੱਟ ਤੁਸੀਂ 2 ਤੋਂ 3 ਵਾਰ ਰਿਪੀਟ ਕਰ ਲਿਓ, ਕਿਉਂਕਿ ਪਹਿਲੀ ਵਾਰ ਕੋਈ ਵੀ ਚੀਜ਼ ਨਹੀਂ ਯਾਦ ਰਹਿੰਦੀ ਹੁੰਦੀ। ਜਦੋਂ ਆਪਾਂ 2 ਤੋਂ 3 ਵਾਰੀ ਰਿਵੀਜ਼ਨ ਕਰਾਂਗੇ ਤਾਂ ਉਹਦੀ ਚੀਜ਼ ਯਾਦ ਰਹਿੰਦੀ ਹੁੰਦੀ ਹੈ। ਠੀਕ ਹੈ। ਇੱਕ ਥੋੜ੍ਹੀ ਜਿਹੀ ਟਫ ਚੀਜ਼ ਪੜ੍ਹ ਕੇ ਜਾਇਆ ਕਰੋ, ਬੜੀ ਸੌਖੀ ਚੀਜ਼ ਵੱਲ ਨਾ ਭੱਜਿਆ ਕਰੋ। ਝਨਾਬ ਦਾ ਪੁਰਾਣਾ ਨਾਮ ਕੀ ਹੈ? ਝਨਾਬ ਦਾ ਪੁਰਾਣਾ ਨਾਮ ਕੀ ਹੈ? ਅਸਕੀਨੀ। ਅਸਕੀਨੀ ਝਨਾਬ ਦਾ ਪੁਰਾਣਾ ਨਾਮ ਹੈਗਾ, ਇਹ ਗੱਲ ਯਾਦ ਰੱਖਣੀ ਹੈ। ਗਰੀਕ ਨੇਮ ਤੁਹਾਨੂੰ ਮੈਂ ਕਰਵਾ ਚੁੱਕਿਆ ਹੈਗਾ। ਠੀਕ ਹੈ। ਗਰੀਕ ਨੇਮ ਸਾਰੇ ਕੈਂਡੀਡੇਟਾਂ ਨੇ ਚੰਗੀ ਤਰ੍ਹਾਂ ਯਾਦ ਕਰਨੇ। ਗਰੀਕ ਨੇਮ ਦੇ ਵਿੱਚੋਂ ਅਤੇ ਪੁਰਾਣੇ ਨੇਮਾਂ ਦੇ ਵਿੱਚੋਂ ਪ੍ਰਸ਼ਨ 100% ਕਿਵੇਂ ਨਾ ਕਿਵੇਂ ਬਣਾਉਣਗੇ ਇਹ। ਠੀਕ ਹੈ। ਉਹ ਤੁਸੀਂ ਹੈ ਕਿਵੇਂ ਦੇਖੋ, ਕਿਵੇਂ ਪੜ੍ਹਨਾ, ਕਿਵੇਂ ਨਾ। ਲਾਹੌਰ ਵਿਖੇ 1848 ਦੇ ਵਿੱਚ ਸਿੱਖ ਬਗਾਵਤ ਦੀ ਅਗਵਾਈ ਕੌਣ ਕਰਦਾ ਹੈ? ਤਾਂ ਇਹ ਜਿਹੜਾ 1848 ਈਸਵੀ ਦੇ ਵਿੱਚ ਕੀ ਹੋਇਆ ਸੀ, ਆਪਣੀਆਂ ਸਿੱਖ ਐਂਗਲੋਵਾਰਾਂ ਹੋਈਆਂ ਸੀ, ਉਹ ਟਾਈਮਾਂ ਦੀ ਗੱਲ ਕਰ ਰਹੇ ਹੈ। ਤਾਂ ਛਤਰ ਸਿੰਘ ਅਟਾਰੀ ਵਾਲਾ ਸੀ ਜਿਹੜਾ, ਇਹ 1848 ਦੀਆਂ ਜਿਹੜੇ ਸਿੱਖਾਂ ਦੀਆਂ ਬਗਾਵਤਾਂ ਦੀ ਅਗਵਾਈ ਕਰ ਰਿਹਾ ਸੀ। ਠੀਕ ਹੈ। ਅਤੇ ਰਾਣੀ ਜਿੰਦਾ ਕੌਣ ਸੀ? ਇਹਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਹੈ। ਅਤੇ ਤੁਸੀਂ ਦੱਸਣਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੀ ਲੱਗਦੇ ਸੀ। ਠੀਕ ਹੈ। ਜਿਸ ਨੂੰ ਲਾਹੌਰ ਦੀ ਸੰਧੀ ਦੁਆਰਾ ਪੰਜਾਬ ਰਾਜ ਦਾ ਰੀਜੈਂਟ ਬਣਾਇਆ ਗਿਆ ਸੀ, ਉਹ ਕੌਣ ਸੀ? ਰਾਣੀ ਜਿੰਦਾ। ਲਾਹੌਰ ਜਿਹੜੀ ਸੰਧੀ ਹੋਈ ਸੀ ਉਹਦੇ ਦੌਰਾਨ ਇਹਨਾਂ ਨੂੰ ਬਣਾਇਆ ਗਿਆ ਸੀ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਕਿਹੜੀ ਲਹਿਰ ਨਾਮਧਾਰੀ ਮਿਸ਼ਨ ਵਜੋਂ ਜਾਣੀ ਜਾਂਦੀ ਹੈ? ਕੂਕਾ ਲਹਿਰ। ਇਹ ਪ੍ਰਸ਼ਨ ਪਹਿਲਾਂ ਵੀ ਕਰਾ ਕੇ ਗਏ ਹੈ। ਖਿਲਾਫਤ ਅੰਦੋਲਨ ਕਿਹਨੇ ਚਲਾਇਆ ਸੀ? ਅਲੀ ਬਰਾਦਰ ਨੇ ਚਲਾਇਆ ਸੀ। ਠੀਕ ਹੈ। ਕਿਉਂ ਚਲਾਇਆ ਸੀ? ਕਿਉਂਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਖਲੀਫਾ ਦੀ ਪਦਵੀ ਸੀ ਜਿਹੜੀ ਉਹ ਖ਼ਤਮ ਕਰਤੀ ਸੀ। ਠੀਕ ਹੈ। ਅਤੇ ਕੂਕਾ ਲਹਿਰ ਦੇ ਬਾਨੀ ਕੌਣ ਹੈ? ਰਾਮ ਸਿੰਘ ਅਤੇ ਬਾਲਕ ਸਿੰਘ। ਜੇ ਫਾਊਂਡਰ ਪੁੱਛ ਲਿਆ, ਫਾਊਂਡਰ ਬਾਲਕ ਸਿੰਘ ਹੀ ਆਉਣਗੇ ਇਹਦੇ। ਕੂਕਾ ਲਹਿਰ ਦੇ ਮੁਖੀ ਕੌਣ ਸਨ? ਮੁਖੀ ਦੀ ਗੱਲ ਕਰ ਰਹੇ ਨੇ ਇਹ, ਧਿਆਨ ਦੇਣਾ, ਮੁਖੀ ਦੀ ਗੱਲ ਕਰ ਰਹੇ ਨੇ, ਸੰਸਥਾਪਕ ਦੀ ਗੱਲ ਨਹੀਂ ਕਰ ਰਹੇ। ਜੇ ਸੰਸਥਾਪਕ ਪੁੱਛ ਰਿਹਾ, ਸੰਸਥਾਪਕ ਉਹ ਹੁੰਦਾ ਜਿਹੜਾ ਕਿਸੇ ਚੀਜ਼ ਦੀ ਨੀਂਹ ਪੱਥਰ ਰੱਖਦਾ, ਉਹਨੂੰ ਆਪਾਂ ਕਹਿੰਦੇ ਨੇ ਸੰਸਥਾਪਕ। ਠੀਕ ਹੈ। ਤਾਂ ਕੂਕਾ ਲਹਿਰ ਦੇ ਮੁਖੀ ਕੌਣ ਸਨ? ਆਪਣੇ ਰਾਮ ਸਿੰਘ। ਲਾਲਾ ਹਰਦਿਆਲ ਕੌਣ ਸੀ? ਇਹ ਗਦਰ ਪਾਰਟੀ ਨਾਲ ਸੰਬੰਧਿਤ ਸਨ। ਅਤੇ ਗਦਰ ਪਾਰਟੀ ਕਦੋਂ ਬਣੀ ਸੀ? 1913 ਦੇ ਵਿੱਚ। ਕਿੱਥੇ ਬਣੀ ਸੀ? ਅਮਰੀਕਾ ਦੇ ਸਾਨ ਫਰਾਂਸਿਸਕੋ ਦੇ ਵਿੱਚ। ਠੀਕ ਹੈ। ਸੋਹਣ ਸਿੰਘ ਭਕਨਾ ਇਹ ਵੀ ਤਾਂ ਮੈਂਬਰ ਸੀ, ਇਹ ਵੀ ਗੱਲ ਯਾਦ ਰੱਖਣੀ ਹੈ। ਜੇ ਇਹਨਾਂ ਦੇ ਵਿਚਾਰ ਵੀ ਬਹੁਤ ਕਨਫਿਊਜ਼ਨ ਆਉਂਦੀ ਹੈ, ਜੇ ਗੂਗਲ 'ਤੇ ਸਰਚ ਮਾਰਾਂਗੇ ਕਿ ਭਾਈ ਗਦਰ ਪਾਰਟੀ ਦਾ ਪ੍ਰਧਾਨ ਕੌਣ ਸੀ, ਫਿਰ ਸੋਹਣ ਸਿੰਘ ਭਕਨਾ ਆਉਂਦਾ ਗਾ। ਜੇ ਨੋਰਮਲ ਦੇਖੀਏ ਤਾਂ ਲਾਲਾ ਹਰਦਿਆਲ ਸਿੰਘ ਹੈਗਾ। ਇਹ ਤੁਸੀਂ ਦੇਖੋ, ਦੋਨੋਂ 'ਚ ਇੱਕ ਆਪਸ਼ਨ ਮਿਲਦੀ ਹੈ, ਦੋਨੋਂ ਤੋਂ ਕਿਸੇ ਨੂੰ ਮਰਜ਼ੀ ਟਿਕ ਲਾ ਦਿਓ, ਦੋਨੇ ਸਹੀ ਹੋਣਗੇ। ਪੰਜਾਬੀ ਸਾਹਿਤ ਅਕੈਡਮੀ ਕਿੱਥੇ ਸਥਿਤ ਹੈ? ਨਵੀਂ ਦਿੱਲੀ ਦੇ ਵਿੱਚ ਸਥਿਤ ਹੈ। ਇੱਕ ਕਰੰਟ ਅਫੇਅਰਾਂ ਦੇ ਵਿੱਚ ਪ੍ਰਸ਼ਨ ਅੱਜ ਕੱਲ੍ਹ ਬਹੁਤ ਆ ਰਿਹਾ ਕਿ ਤਾਮਿਲ ਅਕੈਡਮੀ ਕਿੱਥੇ ਸਥਿਤ ਹੈ? ਤਾਮਿਲ ਅਕੈਡਮੀ ਤਾਂ ਇਹ ਵੀ ਨਵੀਂ ਦਿੱਲੀ ਦੇ ਵਿੱਚ ਸਥਿਤ ਹੈ। ਤਾਮਿਲ ਅਤੇ ਪੰਜਾਬੀ ਦੋਨੇ ਕਿੱਥੇ ਆ? ਨਵੀਂ ਦਿੱਲੀ ਵਿੱਚ ਸਥਿਤ ਹੈ। ਇੱਥੋਂ ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਨੇ। ਮਸੰਦ ਗੁਰੂਆਂ ਵਿੱਚ ਕਿਹੜਾ ਮਸੰਦ ਪ੍ਰਥਾ ਪੇਸ਼ ਕੀਤੀ ਸੀ? ਮਸੰਦ ਪ੍ਰਥਾ ਅਤੇ ਦਸ਼ਵੰਧ ਪ੍ਰਥਾ, ਇਹ ਦੋਨਾਂ ਦਾ ਜਿਹੜਾ ਮੁੱਦਾ ਸੀ ਉਹ ਸੇਮ ਹੀ ਸੀ। ਕੀ ਮੁੱਦਾ ਸੀ ਇਹਨਾਂ ਦੇ ਵਿੱਚੋਂ? ਕਿ ਹਰੇਕ ਬੰਦਾ ਨੇ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਦੇ ਚਰਨਾਂ ਦੇ ਵਿੱਚ ਭੇਟ ਕਰਨਾ। ਠੀਕ ਹੈ। ਮਤਲਬ ਕੋਈ ਬੰਦਾ 100 ਰੁਪਇਆ ਕਮਾਉਂਦਾ ਤਾਂ ਉਹਨੇ 10 ਰੁਪਏ ਆਏ ਮਹੀਨੇ ਆਪਣੀ ਕਮਾਈ ਦਾ ਹਿੱਸਾ ਕੱਢਣਾ ਹੀ ਕੱਢਣਾ। ਠੀਕ ਹੈ। ਤਾਂ ਇਹ ਕਿਹਨੇ ਚਲਾਈ ਸੀ ਰਸਮ? ਇਹ ਚਲਾਈ ਸੀ ਗੁਰੂ ਅਰਜਨ ਦੇਵ ਜੀ ਨੇ ਚਲਾਈ ਸੀ। ਠੀਕ ਹੈ। ਅੱਧੀਆਂ ਬੁੱਕਸ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਵੀ ਲਿਖਿਆ ਹੁੰਦਾ ਗਾ, ਤਾਂ ਇੱਥੇ ਬਹੁਤ ਬੱਚਿਆਂ ਨੂੰ ਉਲਝਣ ਪੈ ਜਾਂਦੀ ਹੈਗੀ। ਠੀਕ ਹੈ। ਅਤੇ ਇਹ ਪ੍ਰਥਾ ਖਤਮ ਕਿਹਨੇ ਕੀਤੀ ਸੀ? ਤਾਂ ਖਤਮ ਕੀਤੀ ਸੀ ਇਹ ਪ੍ਰਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪ੍ਰਥਾ ਖਤਮ ਕਰਤੀ ਸੀ। ਇਹ ਗੱਲ ਯਾਦ ਰੱਖਣੀ ਹੈ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਬ੍ਰਿਟਿਸ਼ ਸ਼ਾਸਨ ਨਾਲ ਪੰਜਾਬ ਦਾ ਏਕੀਕਰਨ ਕਦੋਂ ਹੋਇਆ? ਕਹਿਣ ਦਾ ਮਤਲਬ ਕਿ
ਪੰਜਾਬ ਨੂੰ ਕਦੋਂ ਅੰਗਰੇਜ਼ਾਂ ਨੇ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀ? ਦੇਖੋ, ਜਦੋਂ 1844 ਦੇ ਵਿੱਚ, ਅੱਧੇ ਬੱਚੇ ਕਹਿਣਗੇ 45 ਬੱਚੋ, 40 ਅਤੇ 45, 44 ਅਤੇ 45 ਦੋਨਾਂ ਦੇ ਵਿੱਚ ਐਂਗਲੋ ਸਿੱਖ ਵਾਰਾਂ ਹੋਈਆਂ ਸੀ। ਠੀਕ ਹੈ, ਐਂਗਲੋ ਸਿੱਖ ਵਾਰ ਹੋਈਆਂ ਸੀ ਆਪਣੇ। ਇੱਕ ਤਾਂ ਹੋਈ ਸੀ 1844 ਤੋਂ 45 ਦੇ ਵਿੱਚ। ਅੱਧੇ ਇਤਿਹਾਸਕਾਰ 45 ਤੋਂ 46 ਵੀ ਕਹਿ ਦਿੰਦੇ ਨੇ, ਕਿਉਂਕਿ ਅਲੱਗ-ਅਲੱਗ ਬੁੱਕਾਂ ਦੇ ਅਲੱਗ-ਅਲੱਗ ਡੇਟਾਂ ਲਿਖੀਆਂ ਹੋਈਆਂ। ਸਾਡਾ ਪੰਜਾਬ ਚੱਕੋਗੇ ਹੋਰ ਆਊਗੀ, ਹੋਰ ਬੁੱਕ ਚੱਕੋਗੇ ਹੋਰ ਆਊਗੀ, ਪਰ ਤੁਸੀਂ ਜਿਹੜਾ ਐਕੂਰੇਟ ਮੰਨਣੀ ਹੈ, ਫਸਟ ਐਂਗਲੋ ਸਿੱਖ ਵਾਰ ਜਿਹੜੀ ਐਕੂਰੇਟ ਮੰਨਣੀ ਹੈ, ਉਹ ਤੁਸੀਂ ਮੰਨਣੀ ਹੈ 1845 ਤੋਂ 1846। ਠੀਕ ਹੈ, ਇਹਨੂੰ ਤੁਸੀਂ ਐਕੂਰੇਟ ਮੰਨ ਲਿਓ। ਜਿਹੜੀ ਦੂਸਰੀ ਸੈਕਿੰਡ ਸਿੱਖ ਐਂਗਲੋ ਵਾਰ ਹੋਈ ਸੀ, ਉਹ 1848 ਅਤੇ 1849 ਦੇ ਵਿੱਚ। ਪਹਿਲੀ ਸਿੱਖ ਐਂਗਲੋ ਵਾਰ ਦੇ ਵਿੱਚ ਕਿੰਨੀਆਂ ਜੰਗਾਂ ਹੋਈਆਂ ਸੀ? 5। ਦੂਸਰੀ ਵਿੱਚ ਹੋਈਆਂ ਸੀ 4। ਪਹਿਲੀ ਦੇ ਵਿੱਚ ਸਿਰਫ ਆਪਾਂ ਬੱਦੋਵਾਲ ਦੀ ਲੜਾਈ ਹੀ ਜਿੱਤੀ ਸੀ। ਠੀਕ ਹੈ, ਅਤੇ 1849 ਦੇ ਵਿੱਚ ਕੀ ਹੋਇਆ ਸੀ? 2 ਆਪਾਂ ਹਾਰ ਗਏ ਸੀ, 2 ਆਪਾਂ ਜਿੱਤ ਗਏ ਸੀ। 2 ਜਦੋਂ ਆਪਾਂ ਜਿੱਤ ਗਏ ਸੀ, ਇੱਥੋਂ ਜਿਹੜੀਆਂ 2 ਹਾਰੇ ਆ, ਉਹਦੇ ਕਰਕੇ ਅੰਗਰੇਜ਼ਾਂ ਨੇ ਆਪਣੇ 'ਤੇ ਆਪਣਾ ਕਬਜ਼ਾ ਕਰ ਲਿਆ, ਅਤੇ 1849 ਦੇ ਵਿੱਚ ਪੰਜਾਬ ਨੂੰ ਐਨੈਕਸ ਕਰ ਲਿਆ ਅੰਗਰੇਜ਼ਾਂ ਦੁਆਰਾ। ਅਤੇ ਕੀ ਹੋਇਆ? ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਠੀਕ ਹੈ ਜੀ, ਅਤੇ ਇਹ ਯਾਦ ਰੱਖਣੀ ਗੱਲ, ਕਿਹਨੂੰ ਬਣਾ ਲਿਆ ਸੀ? 1849 ਦੇ ਵਿੱਚ। ਫਤਿਹ ਬੁਰਜ, ਵਿਕਟਰੀ ਟਾਵਰ। ਫਤਿਹ ਬੁਰਜ ਨੂੰ ਹੀ ਵਿਕਟਰੀ ਟਾਵਰ ਕਿਹਾ ਜਾਂਦਾ। ਇੱਥੋਂ ਆਪਰੇਸ਼ਨ ਬਣ ਜਾਂਦਾ ਕਿ ਵਿਕਟਰੀ ਟਾਵਰ ਕਿਸ ਨੂੰ ਕਿਹਾ ਜਾਂਦਾ ਹੈਗਾ? ਫਤਿਹ ਬੁਰਜ ਨੂੰ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣਾਇਆ ਗਿਆ ਸੀ। ਕਿਸੇ ਸ਼ਹਿਰ ਦੇ ਵਿੱਚ ਹੈ, ਤਾਂ ਇਹ ਹੈਗਾ ਆਪਣੇ ਮੋਹਾਲੀ ਸ਼ਹਿਰ ਦੇ ਵਿੱਚ ਹੈ। ਇਹ ਗੱਲ ਯਾਦ ਰੱਖਣੀ ਹੈ। ਹੁਣ ਆਪਰੇਸ਼ਨ ਇੱਕ ਪੇਪਰ ਦੇ ਵਿੱਚ ਬਾਹਲਾ ਇਹ ਪੁੱਛਿਆ ਜਾਂਦਾ ਕਿ ਵਿਰਾਸਤ-ਏ ਖਾਲਸਾ ਕਿੱਥੇ ਹੈ? ਵਿਰਾਸਤ-ਏ ਖਾਲਸਾ ਕਿੱਥੇ ਹੈ? ਅਨੰਦਪੁਰ ਸਾਹਿਬ ਦੇ ਵਿੱਚ। ਠੀਕ ਹੈ, ਜੇ ਤੁਹਾਨੂੰ ਮੇਰਾ ਵੀ ਪੜ੍ਹਾਉਣ ਦਾ ਤਰੀਕਾ ਵਧੀਆ ਲੱਗਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਠੀਕ ਹੈ, ਜੇ ਵਧੀਆ ਲੱਗਦਾ ਤਰੀਕਾ ਤਾਂ, ਜੇ ਨਹੀਂ ਲੱਗਦਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ। ਚਲੋ ਚੱਲਦੇ ਹਾਂ ਅਗਲੇ 'ਤੇ। ਇੱਕ ਨਾ ਸਿਰ ਦੁਖਣ ਲੱਗ ਜਾਂਦਾ ਵੱਡੀ ਵੀਡੀਓ ਦੇ ਵਿੱਚ ਯਾਰ। ਜਨਮ ਕਿਹੜਾ ਗਾ? ਜਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਨਾਵਲਕਾਰ ਦਾ ਨਾਮ। ਨਾਵਲਕਾਰ ਕੌਣ ਹੁੰਦੇ? ਜਿਹੜੇ ਨਾਵਲ ਲਿਖਦਾ ਹੈਗਾ। ਤਾਂ ਇਹ ਹੈਗੇ ਆਪਣੇ ਸੀਨੀਅਰ ਗੁਰਦਿਆਲ ਸਿੰਘ ਨੂੰ ਹੀ ਜਨਪੀਠ ਅਵਾਰਡ ਮਿਲ ਚੁੱਕਿਆ। ਕਾਹਦੇ ਵਿੱਚ? ਪੰਜਾਬੀ ਨਾਵਲਕਾਰ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਮਿੱਟੀ ਪੰਜਾਬ ਦੇ ਵਿੱਚ ਨਹੀਂ ਪਾਈ ਜਾਂਦੀ? ਦੇਖੋ, ਪੰਜਾਬ ਦੇ ਵਿੱਚ ਜਿਹੜੀ ਮਿੱਟੀ ਨਹੀਂ ਪਾਈ ਜਾਂਦੀ ਉਹ ਹੈਗੀ ਆਪਣੀ ਕਾਲੀ ਮਿੱਟੀ। ਕਾਲੀ ਮਿੱਟੀ ਆਪਣੇ ਨਹੀਂ ਪਾਈ ਜਾਂਦੀ, ਇਹ ਯੂਪੀ ਬੰਨੀ ਪਾਈ ਜਾਂਦੀ, ਜਿੱਥੇ ਗੰਨੇ ਦੀ ਫਸਲ ਜ਼ਿਆਦਾ ਹੁੰਦੀ ਹੈ। ਠੀਕ ਹੈ, ਇਹਦੀ ਮੋਇਸਚਰ ਦੀ, ਮੈਂ ਤੁਹਾਨੂੰ ਦੱਸਿਆ ਕਿ ਕਾਲੀ ਮਿੱਟੀ ਹੁੰਦੀ ਜਿਹੜੀ, ਇਹਦੇ ਵਿੱਚ ਮੋਇਸਚਰ ਬਹੁਤ ਜ਼ਿਆਦਾ ਹੁੰਦਾ ਹੈਗਾ। ਜਿਹੜੀ ਸਭ ਤੋਂ ਵਧੀਆ ਲਾਹੇਵੰਦ, ਗੰਨੇ ਦੀ ਫਸਲ ਵਾਸਤੇ ਵੀ ਲਾਹੇਵੰਦ ਆ ਵੈਸੇ, ਪਰ ਕਪਾਹ ਦੀ ਫਸਲ ਵਾਸਤੇ ਨੂੰ ਜ਼ਿਆਦਾ ਲਾਹੇਵੰਦ ਮੰਨਿਆ ਜਾਂਦਾ ਹੈਗਾ। ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਕੌਣ ਸਨ? ਸ਼੍ਰੋਮਣੀ ਕਮੇਟੀ ਐਕਟ ਕਦੋਂ ਬਣਿਆ ਸੀ? 1945 ਦੇ ਵਿੱਚ। SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ 1905 ਦੇ ਵਿੱਚ। 1925 ਦੇ ਵਿੱਚ ਬਣੀ ਕਦੋਂ ਸੀ? 1920 ਦੇ ਵਿੱਚ। ਜਿਹੜਾ ਐਕਟ ਪਾਸ ਕੀਤਾ ਸੀ ਉਹ ਕੀਤਾ ਸੀ 1925 ਦੇ ਵਿੱਚ। ਅਤੇ ਬਾਬਾ ਖੜਕ ਸਿੰਘ ਸੀ ਜਿਹੜਾ ਇਹਦੀ ਕਮੇਟੀ ਦੇ ਪਹਿਲੇ ਪ੍ਰਧਾਨ ਸਨ। ਕਾਹਦੇ ਸੀ? SGPC ਵੀ ਲਿਖਿਆ ਆ ਸਕਦਾ ਹੈਗਾ ਸ਼੍ਰੋਮਣੀ ਕਮੇਟੀ ਦੀ ਜਗ੍ਹਾ 'ਤੇ। ਇਹ ਗੱਲ ਹੁਣ ਤੁਸੀਂ ਧਿਆਨ 'ਚ ਰੱਖਣੀ ਹੈ ਭਾਈ। ਠੀਕ ਹੈ, ਕਿਸ ਨੂੰ ਪੰਜਾਬੀ ਸਾਹਿਤ ਦਾ ਪਾਇਓਨੀਅਰ ਕਿਹਾ ਜਾਂਦਾ ਹੈਗਾ? ਸਾਹਿਤ ਦਾ ਸ਼ੇਖ ਫਰੀਦ ਜੀ ਨੂੰ। ਸ਼ੇਖ ਫਰੀਦ ਜੀ ਦੀ ਯਾਦ ਦੇ ਵਿੱਚ ਫਰੀਦਕੋਟ ਸ਼ਹਿਰ ਵੀ ਵਸਿਆ ਹੋਇਆ ਹੈਗਾ। ਜਿਹੜੀ ਆਪਣੀ ਯੂਨੀਵਰਸਿਟੀ ਹੈ ਜਿੱਥੇ ਆਪਾਂ ਪੇਪਰ ਦੇਣ ਜਾ ਰਹੇ ਹਾਂ, ਬਾਬਾ ਫਰੀਦ ਹੈਲਥ ਯੂਨੀਵਰਸਿਟੀ, ਤਾਂ ਇਹ ਵੀ ਜਿਹੜੀ ਹੈ ਇਹ ਸ਼ੇਖ ਫਰੀਦ ਜੀ ਦੀ ਯਾਦ 'ਚ ਹੀ ਬਣੀ ਹੋਈ ਹੈ। ਠੀਕ ਹੈ, ਉਹਨੇ ਨਾਂ 'ਤੇ ਬਣਾਈ ਗਈ ਹੈ ਇਹ ਗੱਲ ਯਾਦ ਰੱਖਿਓ। ਠੀਕ ਹੈ ਜੀ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਕਿਸ ਭਾਸ਼ਾ ਨੂੰ ਪੰਜਾਬੀ ਭਾਸ਼ਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈਗਾ? ਸੌਰ ਸੈਣੀ ਪ੍ਰਾਕ੍ਰਿਤ। ਠੀਕ ਹੈ, ਸੌਣ ਸੈਣੀ ਪ੍ਰਾਕ੍ਰਿਤ ਨੂੰ ਪੰਜਾਬੀ ਭਾਸ਼ਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈਗਾ। ਠੀਕ ਹੈ, ਕਿ ਮਤਲਬ ਇਹ ਵੀ ਭਾਸ਼ਾ ਇਹਦਾ ਮੇਲ ਜੋਲ ਖਾਂਦੀ ਹੈ, ਤਾਂ ਕਰਕੇ। ਜਿਹੜੀ ਇਹ ਪਾਲੀ ਭਾਸ਼ਾ ਹੈਗੀ, ਇਹਦਾ ਜ਼ਿਆਦਾਤਰ ਮਤਲਬ ਯੂਜ ਨਾ ਉਹਦੇ 'ਚ ਬੁੱਧ ਧਰਮ ਦੇ ਜੈਨ ਧਰਮ 'ਚ ਹੁੰਦਾ ਸੀ। ਠੀਕ ਹੈ, ਉਰਦੂ ਉੱਧਰ ਮਸ਼ਹੂਰ ਹੈ, ਤੁਹਾਨੂੰ ਪਤਾ ਹੈਗਾ ਪਾਕਿਸਤਾਨ ਦੇ ਵਿੱਚ। ਹਿੰਦੀ ਦੇਵਨਾਗਰੀ ਦੀ ਲਿਪੀ ਹੈ, ਦੇਵਨਾਗਰੀ ਲਿਪੀ ਤੋਂ ਹੀ ਹਿੰਦੀ ਭਾਸ਼ਾ ਬਣੀ ਹੈ। ਰਾਜੀਵ ਲੌਂਗੋਵਾਲ ਸਮਝੌਤਾ, ਪੰਜਾਬ ਸਮਝੌਤਾ ਦੇ ਕਦੋਂ ਹਸਤਾਖਰ ਕੀਤੇ ਗਏ ਸਨ? 1985 ਦੇ ਵਿੱਚ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਉਹ 'ਤੇ ਸਾਈਨ ਕੀਤੇ ਗਏ ਸੀ।
ਠੀਕ ਹੈ, ਇਹਨੂੰ ਪੰਜਾਬ ਸਮਝੌਤੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ। ਆਪਰੇਸ਼ਨ ਦੁਬਾਰੇ ਆ ਗਿਆ। SCP ਦੀ ਸਥਾਪਨਾ ਕਦੋਂ ਹੋਈ ਸੀ? ਸਥਾਪਨਾ ਦੀ ਗੱਲ ਕੀਤੀ ਤਾਂ ਸਥਾਪਨਾ ਤਾਂ 1920 ਆਊਗਾ। ਜੇ ਪੁੱਛਣਾ ਨਾ SGPC ਐਕਟ ਕਦੋਂ ਪਾਸ ਕੀਤਾ ਗਿਆ ਸੀ, ਐਕਟ 1925 ਆਊਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ? ਖੰਨਾ ਕਿੱਥੇ ਆ ਗਿਆ? ਲੁਧਿਆਣਾ ਦੇ ਵਿੱਚ। ਇਹ ਤਾਂ ਕੋਈ ਭੁੱਲਦਾ ਨਹੀਂ ਹੋਣਾ, ਇਹ ਤਾਂ ਬਹੁਤ ਸੌਖਾ ਆਪਰੇਸ਼ਨ ਹੈਗਾ, ਬਹੁਤ ਫੇਮਸ ਆਪਰੇਸ਼ਨ ਹੈ, ਫੇਵਰਟ ਇਹਨਾਂ ਦਾ। ਅਤੇ ਆਪਣੇ ਚਰਨਜੀਤ ਸਿੰਘ ਚੰਨੀ ਕਿੱਥੋਂ ਸੰਬੰਧ ਰੱਖਦੇ ਆ? ਦੱਸਿਓ, ਬਠਿੰਡਾ ਤੋਂ ਰੱਖਦੇ ਆ ਸੰਬੰਧ। ਠੀਕ ਹੈ, ਤਾਂ ਇਹ ਵੀ ਗੱਲ ਯਾਦ ਰੱਖ ਲਿਓ। ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ? 1809 ਦੇ ਵਿੱਚ ਹੋਈ ਸੀ। ਕੀ ਨਾ ਹੋਈ ਸੀ? ਮਹਾਰਾਜਾ ਰਣਜੀਤ ਸਿੰਘ ਵਰਸਜ ਅੰਗਰੇਜ਼ਾਂ ਦਾ ਪਤਾ, ਇਹਨਾਂ ਦੇ ਨਾਲ ਇਹ ਸੰਧੀ ਹੋਈ ਸੀ, ਗੱਲ ਯਾਦ ਰੱਖਣੀ ਹੈ, 1809 ਦੇ ਵਿੱਚ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਪੰਜਾਬ ਵਿੱਚ ਪੈਪਸੂ ਦਾ ਮਿਲਾਪ ਕਦੋਂ ਹੋਇਆ? ਪੈਪਸੂ ਬਣੀ ਕਦੋਂ ਸੀ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਪੈਪਸੂ ਬਣੀ ਸੀ 1948 ਦੇ ਵਿੱਚ, ਅਤੇ 1956 ਦੇ ਵਿੱਚ ਇਹਨੂੰ ਮਰਜ ਕਰ ਲਿਆ ਸੀ। ਠੀਕ ਹੈ, ਜਦੋਂ ਪੈਪਸੂ ਬਣੀ ਸੀ ਉਹਦੇ 'ਚ ਕਿੰਨੇ ਜ਼ਿਲ੍ਹੇ ਸੀ? 8 ਜ਼ਿਲ੍ਹੇ ਸੀ, ਅਤੇ ਸਭ ਤੋਂ ਪੁਰਾਣਾ ਜ਼ਿਲ੍ਹਾ ਕਿਹੜਾ ਸੀ ਇਹਦਾ? ਨਾਲਾਗੜ੍ਹ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਅਤੇ 1956 ਦੇ ਬਸ ਇਹਨੂੰ ਮਿਲਾ ਲਿਆ ਸੀ ਵਿੱਚ। ਅਤੇ ਇੱਕ ਪੈਪਸੂ ਦੀ ਫੁੱਲ ਫਾਰਮ ਜ਼ਰੂਰ ਦੱਸਣੀ ਹੈ। ਪੈਪਸੂ ਦੀ ਫੁੱਲ ਫਾਰਮ ਜ਼ਰੂਰ ਦੱਸ ਕੇ ਜਾਓ ਸਾਰੇ ਬੱਚੇ ਕਿ ਪੈਪਸੂ ਦੀ ਫੁੱਲ ਫਾਰਮ ਕੀ ਹੈ। ਪੈਪਸੂ ਤਾਂ ਇਹਦਾ ਹੈਗਾ ਪੰਜਾਬ ਈਸਟ। ਠੀਕ ਹੈ ਜੀ, ਕੀ ਆਊਗਾ ਦੱਸੋ? ਪੰਜਾਬ ਦਾ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਇਹ ਗੱਲ ਯਾਦ ਰੱਖਣੀ ਹੈ। ਅਤੇ ਜਦੋਂ ਪੈਪਸੂ ਸੀ ਉਦੋਂ ਪੈਪਸੂ ਦੀ ਰਾਜਧਾਨੀ ਕਿਹੜੀ ਸੀ? ਪਟਿਆਲੀ, ਅਤੇ ਪੈਪਸੂ ਦੀ ਰਾਜਧਾਨੀ ਸੀ। ਠੀਕ ਹੈ, ਯਾਦਵਿੰਦਰਾ ਗਾਰਡਨ ਕਿੱਥੇ? ਪਿੰਜੌਰ ਦੇ ਵਿੱਚ। ਇਹ ਗੱਲ ਯਾਦ ਰੱਖਣੀ, ਯਾਦਵਿੰਦਰਾ ਗਾਰਡਨ ਕਿੱਥੇ ਹੈ? ਪਿੰਜੌਰ ਦੇ ਵਿੱਚ। ਪੰਜਾਬ ਦਾ ਮਾਨਚੈਸਟਰ ਕਿਸ ਨੂੰ ਕਿਹਾ ਜਾਂਦਾ? ਪੰਜਾਬ ਦਾ ਮਾਨਚੈਸਟਰ ਕਿਹਾ ਜਾਂਦਾ ਲੁਧਿਆਣੇ ਨੂੰ। ਓਕੇ, ਬਹੁਤ ਇੰਪੋਰਟੈਂਟ ਆਪਰੇਸ਼ਨ ਹੈ। ਇਹ ਜਿਹੇ ਪੇਪਰ ਨਾ ਪੇਪਰ ਦੇ ਵਿੱਚ ਅਕਸਰ ਪੁੱਛੇ ਜਾਂਦੇ ਆ। ਅਤੇ ਜੇ ਇਹ ਪੁੱਛ ਲੈਣਾ ਆਪਾਂ ਤੋਂ ਇੰਡੀਆ ਦਾ ਮਾਨਚੈਸਟਰ ਕਿਹਨੂੰ ਕਿਹਾ ਜਾਂਦਾ ਹੈਗਾ? ਉਹ ਕਿਹਾ ਜਾਂਦਾ ਅਹਿਮਦਾਬਾਦ ਨੂੰ। ਮਾਨਚੈਸਟਰ ਆਫ ਇੰਡੀਆ ਅਹਿਮਦਾਬਾਦ, ਅਤੇ ਪੰਜਾਬ ਦਾ ਲੁਧਿਆਣਾ। ਸਾਲ ਵਿੱਚ ਪੰਜਾਬੀ ਦੀ ਵਰਤੋਂ ਲਾਜ਼ਮੀ ਕਦੋਂ ਕੀਤੀ ਗਈ ਸੀ? 1992 ਦੇ ਵਿੱਚ ਸਾਰੇ ਵਿਸ਼ਿਆਂ 'ਚ ਕਹਿੰਦਾ ਸੀ ਵੀ ਪੰਜਾਬੀ ਦੀ ਵਰਤੋਂ ਲਾਜ਼ਮੀ ਹੈ ਕਿ ਪੰਜਾਬੀ ਦੇ ਵਿੱਚ ਹੀ ਕੰਮ ਕਰਨਾ ਸਾਰਿਆਂ ਨੇ। ਠੀਕ ਹੈ, ਆਹ ਤੁਹਾਨੂੰ ਪਤਾ ਹੀ ਹੋਊਗਾ, ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਦਾ ਸਮਾਨ ਬਣਾਉਣ ਲਈ ਮਸ਼ਹੂਰ ਹੈ? ਦੇਖੋ, ਜਿਹੜਾ ਫਰਨੀਚਰ ਦਾ ਸਮਾਨ ਹੈ, ਜਿਵੇਂ ਆਪਣੇ ਹੋ ਗਿਆ ਸਾਰੀਆਂ ਚੀਜ਼ਾਂ ਬਣਦੀਆਂ, ਸੋਫੇ ਹੋ ਗਏ, ਬੈੱਡ ਹੋ ਗਏ, ਅਲਮਾਰੀਆਂ ਹੋ ਗਈਆਂ, ਇਹ ਬਣਾਈਆਂ ਤਾਂ ਸਾਰੇ ਕਿਤੇ ਜਾਂਦੀਆਂ ਪੰਜਾਬ ਦੇ ਵਿੱਚ, ਪਰ ਕਿਸੇ ਕਿਸੇ ਜਗ੍ਹਾ ਦੇ ਵਿੱਚ ਇਹ ਚੀਜ਼ਾਂ ਦਾ ਮਹੱਤਵ ਕੁਛ ਜ਼ਿਆਦਾ ਹੋ ਜਾਂਦਾ। ਠੀਕ ਹੈ, ਤਾਂ ਉਹ ਕਿਹੜੀ ਹੈ? ਤਾਂ ਉਹ ਹੈਗਾ ਕਰਤਾਰਪੁਰ ਦੇ ਵਿੱਚ ਇਹਦਾ ਥੋੜ੍ਹਾ ਜਿਹਾ ਜ਼ਿਆਦਾ ਹੈਗਾ। ਇਸ ਤੋਂ ਬਾਅਦ ਚੱਲਦੇ ਅਗਲੇ ਪ੍ਰਸ਼ਨ 'ਤੇ। ਮਿੰਨੀ ਓਲੰਪਿਕ ਖੇਡਾਂ ਕਿੱਥੇ ਆਯੋਜਿਤ ਕੀਤੀਆਂ ਜਾਂਦੀਆਂ ਹਨ? ਮਿੰਨੀ ਓਲੰਪਿਕ ਖੇਡਾਂ ਦਾ ਮਤਲਬ ਹੈਗਾ ਇਹ ਨਾ ਲੁਧਿਆਣਾ ਦੇ ਰਾਏਪੁਰ ਦੇ ਵਿੱਚ ਹੁੰਦੀਆਂ ਹੈਗੀਆਂ। ਇਹ ਕੀ ਹੁੰਦਾ, ਇਹਨੂੰ ਮਿੰਨੀ ਓਲੰਪਿਕ ਖੇਡਾਂ ਕਿਉਂ ਕਹਿੰਦੇ? ਕਿਉਂਕਿ ਇਹਦੇ ਵਿੱਚ ਆਪਣੇ ਉਹ ਦੇਸੀ ਖੇਡ ਸ਼ਾਮਲ ਹੁੰਦੇ ਆ ਜਿਹਨਾਂ ਨੂੰ ਅੱਜ ਦੇ ਟਾਈਮ 'ਚ ਅਲੋਪ ਹੋ ਚੁੱਕੇ ਆ, ਜਿਵੇਂ ਕਿ ਬਲਦਾਂ ਦੀਆਂ ਰੇਸਾਂ ਹੋ ਗਈਆਂ, ਕੁੱਤਿਆਂ ਦੀਆਂ ਰੇਸਾਂ ਹੋ ਗਈਆਂ, ਜਾਂ ਕੋਈ ਚੀਜ਼ ਚੱਕਣੀ ਆ ਘੋੜੇ 'ਤੇ ਚੜ੍ਹ ਕੇ। ਤਾਂ ਇਹ ਜਿਹੜੇ ਸਟੰਟ ਹੁੰਦੇ ਸੀ ਇਹ ਹੁੰਦੀਆਂ ਸੀ, ਕਿਹਨੇ ਬੈਨ ਵੀ ਕਰਤੀਆਂ ਸੀ ਇੱਕ ਵਾਰੀ। ਅਤੇ ਇਹ ਪੁਰਾਣਾ ਆਪਣਾ ਇਤਿਹਾਸ ਜਾਂ ਪੁਰਾਣਾ ਵਿਰਸਾ ਆਪਣਾ ਪੰਜਾਬ ਦਾ ਜਿਹੜਾ ਉਹ ਇੱਥੋਂ ਦਰਸਾਇਆ ਜਾਂਦਾ ਇਹ ਖੇਡਾਂ ਤੋਂ। ਮਿੰਨੀ ਓਲੰਪਿਕ ਖੇਡਾਂ ਨੂੰ ਤਾਂ ਕਿਹਾ ਜਾਂਦਾ ਹੈਗਾ। ਜਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਪੰਜਾਬੀ ਕਵਿਤਾਵਾਂ ਦੇ, ਇਹ ਆਪਾਂ ਪਹਿਲਾਂ ਕਰਕੇ ਗਏ ਹਾਂ, ਉਦੋਂ ਆਪਾਂ ਪੜ੍ਹ ਕੇ ਗਏ ਸੀ ਆਪਣੇ ਗੁਰਦਿਆਲ ਸਿੰਘ ਬਾਰੇ। ਅਤੇ ਇੱਕ ਹੈਗੀ ਆਪਣੀ ਅੰਮ੍ਰਿਤਾ ਪ੍ਰੀਤਮ, ਇਹਨਾਂ ਦੋਨਾਂ ਨੂੰ ਜਨਪੀਠ ਜਾਂ ਗਿਆਨਪੀਠ ਪੁਰਸਕਾਰ ਮਿਲੇ ਹੋਏ ਆ, ਇਹ ਗੱਲ ਯਾਦ ਰੱਖਣੀ ਹੈ। ਪੰਜਾਬ ਦਾ ਪੁਰਾਣਾ ਨਾਮ ਕੀ ਸੀ? ਸਪਤ ਸਿੰਧੂ। ਹੁਣ ਕਹਿੰਦੇ ਕਿ ਸਪਤ ਸਿੰਧੂ ਕਿਉਂ ਕਿਹਾ ਜਾਂਦਾ? ਸਪਤ ਸਿੰਧੂ ਤਾਂ ਕਿਹਾ ਜਾਂਦਾ ਕਿਉਂਕਿ ਉਹ ਟਾਈਮ ਦੇ ਵਿੱਚ ਆਪਣੇ 7 ਦਰਿਆ ਵਗਦੇ ਸੀ ਭਾਈ। 5 ਦਰਿਆ ਦਾ ਤੁਹਾਨੂੰ ਪਤਾ ਹੀ ਹੈ। 6ਵਾਂ ਦਰਿਆ ਕਿਹੜਾ ਸੀ? ਸਿੰਧ। 7ਵਾਂ ਦਰਿਆ ਕਿਹੜਾ ਸੀ? ਸਰਸਵਤੀ ਨਦੀ ਤਾਂ ਭਈ ਅੱਜ ਦੇ ਟਾਈਮ 'ਚ ਅਲੋਪ ਹੋ ਚੁੱਕੀ ਹੈ, ਇਹ ਤਾਂ ਹੈ ਨਹੀਂ ਆਪਣੇ, ਆਹ ਪਾਕਿਸਤਾਨ 'ਚ ਰਹਿ ਗਿਆ,
ਪੰਜਾਂ ਦੇ ਵਿੱਚੋਂ 3 ਆਪਣੇ ਬੰਨੀ ਆ ਗਏ, 2.5 ਕੁ ਉਹਦਾ 3 ਹੀ ਕਹਿੰਦੇ ਆਪਾਂ ਬਸ਼ਰਮੀ ਦੇ ਬਾਰੇ, ਅਤੇ 2.5 ਕੁ ਰਹਿ ਗਏ ਆਪਣੇ ਇੱਥੇ, ਅਤੇ ਬਾਕੀ ਸਾਰੇ ਪਾਕਿਸਤਾਨ ਦੇ ਵਿੱਚ ਹੈ। ਅੰਜੂਮਨ AI ਇਹ ਵਤਨ ਹੇਠ ਲਿਖਿਆ ਕਿਸ ਨਾਲ ਸੰਬੰਧਿਤ ਹੈ? ਸਰਦਾਰ ਅਜੀਤ ਸਿੰਘ ਨਾਲ ਸੰਬੰਧਿਤ ਹੈ। ਹੁਣ ਸਰਦਾਰ ਅਜੀਤ ਸਿੰਘ ਨਹੀਂ ਪਤਾ ਹੋਣਾ। ਸਰਦਾਰ ਅਜੀਤ ਸਿੰਘ ਬਈ ਆਪਣੇ ਭਗਤ ਸਿੰਘ ਸੀ ਜਿਹੜੇ, ਉਹਨਾਂ ਦਾ ਚਾਚਾ ਸੀ। ਠੀਕ ਹੈ। ਪਗੜੀ ਸੰਭਾਲ ਜੱਟਾਂ ਮੋਰਚਾ ਵੀ ਇਹਨਾਂ ਦੁਆਰੇ ਚਲਾਇਆ ਗਿਆ ਸੀ। ਠੀਕ ਹੈ। ਮੌਜੂਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ ਸੀ? 1966 ਦੇ ਵਿੱਚ। ਜਿਹੜਾ ਆਪਣਾ ਮੌਜੂਦਾ ਪੰਜਾਬ ਹੈ ਉਹ ਹੋਂਦ ਦੇ ਵਿੱਚ ਆ ਗਿਆ ਸੀ। ਪੰਜਾਬ ਦੇ ਦਰਿਆਵਾਂ ਦੀ ਧਰਤੀ ਦਾ ਪੁਰਾਣਾ ਨਾਮ ਕੀ ਹੈ? ਪਚਨੰਦ। ਇਹ ਤੁਹਾਨੂੰ ਪਤਾ ਹੀ ਹੋਊਗਾ ਪਚਨੰਦ ਕਿਦੋਂ ਕਿਹਾ ਜਾਂਦਾ। ਪਚਨੰਦ ਤਾਂ ਹੀ ਕਿਹਾ ਜਾਂਦਾ ਹੈਗਾ ਕਿ 5 ਦਰਿਆਵਾਂ ਦੀ ਧਰਤੀ। ਠੀਕ ਹੈ। 5 ਦਰਿਆ ਕਿਹੜੇ ਕਿਹੜੇ ਸੀ? ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ। ਉਹਨਾਂ ਦੇ ਸਾਰੇ ਨਾਮ ਵੀ ਭਾਈ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਯਾਦ ਕਰ ਲਿਓ। ਪੰਜਾਬ ਅਤੇ ਪੂਰਬੀ ਰਾਜ ਸੰਘ ਪੈਪਸੂ ਦੀ ਰਾਜਧਾਨੀ ਕਿਹੜੀ ਸੀ? ਇਹ ਤੁਹਾਨੂੰ ਹੁਣੇ ਦੱਸ ਕੇ ਗਿਆ ਹੈਗਾ, ਪਟਿਆਲਾ ਸੀ ਭਾਈ। ਪਟਿਆਲਾ ਜਿਹੜਾ ਇਹਨੂੰ ਰਾਜਧਾਨੀ ਕਿਹਾ ਜਾਂਦਾ ਸੀ ਉਹ ਟਾਈਮਾਂ ਦੇ ਵਿੱਚ ਪੈਪਸੂ ਦੀ। ਅਤੇ ਇਹ ਪਟੀਸ਼ਨ ਬਹੁਤ ਇੰਪੋਰਟੈਂਟ ਬਣ ਜਾਂਦਾ। ਹੁਣ ਚੱਲਦਾ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ ਕਾਹਦੇ ਨਾਲ ਢਕਿਆ ਹੋਇਆ ਹੈ? ਵੈਰੀ ਵੈਰੀ ਇੰਪੋਰਟੈਂਟ ਪਟੀਸ਼ਨ ਹੈ। ਜਲ ਥਲ ਮਿੱਟੀ ਨਾਲ ਢਕਿਆ ਹੋਇਆ ਹੈਗਾ। ਠੀਕ ਹੈ। ਤਾਂ ਦੂਸਰੀ ਆਪਸ਼ਨ ਨਹੀਂ ਆਉਣਗੀਆਂ, ਜਲ ਥਲ ਮਿੱਟੀ ਆਊਗੀ। ਅਤੇ ਇੱਕ ਪਟੀਸ਼ਨ ਹੋਰ ਪੁੱਛਿਆ ਜਾਂਦਾ ਹੁੰਦਾ ਕਿ ਜਿਹੜਾ ਆਪਾਂ ਪੰਜਾਬ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੀਆਂ ਚੀਜ਼ਾਂ, ਕਿਹੜੇ ਖਣਿਜ ਪਾਏ ਜਾਂਦੇ ਹਨ? ਤਾਂ ਜਿਵੇਂ ਹੁਣ ਕੋਈ ਸਟੇਟ ਦੇ ਵਿੱਚ ਸੋਨਾ, ਕਰਨਾਟਕਾ ਦੇ ਵਿੱਚ ਸੋਨਾ ਚਾਂਦੀ ਜ਼ਿਆਦਾ ਨਿਕਲਦਾ ਹੈਗਾ। ਠੀਕ ਹੈ। ਯੂਪੀ ਦੇ ਵਿੱਚ ਗੰਨਾ ਵੱਧ ਨਿਕਲਦਾ। ਇਹ ਥਲ ਦੀ ਗੱਲ ਕਰ ਰਹੇ ਨੇ। ਮਤਲਬ ਕੋਈ ਸਟੇਟ ਮਸ਼ਹੂਰ ਹੁੰਦੀ ਆ, ਵੈਸੇ ਆਪਣੇ ਅਨਾਜ ਜ਼ਿਆਦਾ ਮਸ਼ਹੂਰ ਹੁੰਦਾ, ਪਰ ਆਪਣੇ ਜਿਹੜੇ ਕੋਈ ਤੱਤ ਦੀ ਗੱਲ ਪੁੱਛ ਲਈ ਕਿ ਤੱਤ ਕਿਹੜਾ ਨਿਕਲਦਾ ਆਪਣੇ, ਤਾਂ ਤੱਤ ਆਪਣੇ ਨਿਕਲਦੇ ਆ ਖਣਿਜ ਨੂਣ। ਠੀਕ ਹੈ। ਇਹ ਆਪਣੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਖਣਿਜਾਂ ਦਾ ਇੱਕ ਭੰਡਾਰ ਹੈ। ਪੰਜਾਬ ਅਮੀਰ ਹੈ ਰੌਕ ਨਮਕ। ਉਹੀ ਚੀਜ਼ ਆ ਗਈ ਨਾ ਜਿਹੜੇ ਮੈਨੂੰ ਦੱਸ ਕੇ ਗਏ। ਖਣਿਜ ਨੂਣ ਲਿਖ ਲਓ, ਚਾਹੇ ਰੌਕ ਨਮਕ ਲਿਖ ਲਓ, ਬਸ ਨਾ ਤੁਹਾਨੂੰ ਥੋੜ੍ਹਾ ਜਿਹਾ ਉਲਝਾ ਕੇ ਤਾਂ ਪਾਉਣਗੇ। ਕੁੜੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ? 4 ਕਿਸਮਾਂ ਹੁੰਦੀਆਂ। ਸਭ ਤੋਂ ਘਟੀਆ, ਵਧੀਆ, ਇਹ ਤੁਹਾਨੂੰ ਪੁਰਾਣੀਆਂ ਵੀਡੀਓ ਦੇ ਵਿੱਚ ਕਰਵਾਇਆ ਹੋਇਆ। ਸ਼ੁੱਧ ਸੋਨਾ ਕਿੰਨੇ ਦਾ ਹੁੰਦਾ? 24 ਕੈਰੇਟ ਦਾ ਹੁੰਦਾ ਹੈਗਾ। ਠੀਕ ਹੈ। ਉਸ ਜ਼ਿਲ੍ਹੇ ਦਾ ਨਾਮ ਦੱਸੋ ਜੋ ਨਦੀ ਦੇ ਕਿਨਾਰੇ ਸਥਿਤ ਹੈ? ਜਲੰਧਰ, ਫਲੌਰ ਕਹਿੰਦੇ ਨੇ ਜਿਹਨੂੰ ਆਪਾਂ। ਇਹ ਨਦੀ ਦੇ ਕਿਨਾਰੇ ਸਥਿਤ ਹੈ। ਠੀਕ ਹੈ। ਹਿਮਾਲਿਆ ਦੇ ਵੱਖ-ਵੱਖ ਪਾਸਿਆਂ ਵਿੱਚੋਂ ਜੋ ਬਾਹਰੀ ਹਮਲਾਦਾਰ ਸਭ ਤੋਂ ਵੱਧ ਦੇਖਿਆ ਗਿਆ ਹੈਗਾ। ਦੇਖੋ ਜਿਹੜਾ ਖੈਬਰ ਦਰਾ ਹੈਗਾ, ਇਹ ਜਿਵੇਂ ਆਪਣਾ ਉਹਦਾ ਹੋ ਗਿਆ ਪੰਜਾਬ, ਆਹ ਹੋ ਗਿਆ ਪਾਕਿਸਤਾਨ। ਜਿਹੜਾ ਵੀ ਕੋਈ ਇੱਧਰ ਆਉਂਦਾ ਸੀ ਹਮਲਾ ਬਾਹਰੋਂ, ਖੈਬਰ ਦਰਾ ਪਾਸ ਕਰਕੇ ਆਉਂਦਾ ਸੀ। ਠੀਕ ਹੈ। ਖੈਬਰ ਦਰਾ ਪਾਸ ਕਰਕੇ ਪੰਜਾਬ ਦੇ ਵਿੱਚ ਐਂਟਰ ਕਰਕੇ ਲੁੱਟਣ ਜਾਂਦਾ ਹੁੰਦਾ ਸੀ। ਜਿਵੇਂ ਦਿੱਲੀ ਲੁੱਟਣ ਜਾਣਾ, ਜਦੋਂ ਵਾਪਸ ਆਉਣਾ ਸੀ ਉਦੋਂ ਵੀ ਇੱਧਰ ਹੀ ਆਉਣਾ ਪੈਂਦਾ ਸੀ। ਠੀਕ ਹੈ। ਤਾਂ ਖੈਬਰ ਪਾਸ ਆ ਜਿਹੜਾ ਸਭ ਤੋਂ ਜ਼ਿਆਦਾ ਹਮਲਾਵਰ, ਇਹ ਦਰੇ ਰਾਹੀਂ ਆਪਣੇ ਪੰਜਾਬ ਦੇ ਵਿੱਚ ਹੀ ਐਂਟਰ ਕਰਦੇ ਸਨ। NH ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਹਾਈਵੇ 1 'ਚ ਸਥਿਤ ਪੰਜਾਬ ਦੀ ਮੁੱਖ ਸੜਕ ਕਿਹੜੀ ਹੈ? ਗ੍ਰੈਂਡ ਟਰੰਕ ਰੋਡ। ਓਕੇ। ਆਨੰਦ ਕਾਰਜ ਦੀ ਰਸਮ ਕਿਸ ਨੇ ਚਲਾਈ ਸੀ? ਆਹ ਗਲਤ ਲਿਖਿਆ ਹੋਇਆ ਭਾਈ। ਇਹ ਆਨੰਦ ਕਾਰਜ ਦੀ ਰਸਮ ਸੀ, ਇਹ ਚਲਾਈ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੇ। C ਨੰਬਰ ਆਪਸ਼ਨ ਆਊਗਾ। ਠੀਕ ਹੈ। ਆਨੰਦ ਕਾਰਜ ਦੀ ਰਸਮ ਸੀ ਉਹ ਚਲਾਈ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਚਲਾਈ ਸੀ। ਅਤੇ ਜਿਹੜੀ ਲਾਵਾਂ ਦੀ ਰਸਮ ਸੀ ਇਹ ਚਲਾਈ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਠੀਕ ਹੈ। ਅਤੇ ਆਹ ਸਵਾਲ ਸਾਰੇ ਸਹੀ ਕਰ ਲਿਓ। ਕਿਸੇ ਨੇ ਸੁਖਮਨੀ ਸਾਹਿਬ ਲਿਖੇ ਆ। ਸੁਖਮਨੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ? ਸੁਖਮਨੀ ਸਾਹਿਬ ਦਾ ਆਪਾਂ ਘਰਾਂ ਦੇ ਵਿੱਚ ਪਾਠ ਕਰਦੇ ਹਾਂ, ਤਾਂ ਇਹ ਰਚਨਾ ਜਿਹੜੀ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਅਤੇ ਅਰਜਨ ਦੇਵ ਜੀ ਨੂੰ ਦੁਬਾਰਾ ਫਿਰ ਦੱਸਦਾ, 1606 ਦੇ ਵਿੱਚ ਸ਼ਹੀਦ ਕੀਤਾ ਸੀ। ਕਿਹਦੇ ਦੁਆਰਾ? ਜਹਾਂਗੀਰ ਦੁਆਰਾ ਸ਼ਹੀਦ ਕੀਤਾ ਗਿਆ ਸੀ। ਇਹਨਾਂ ਦੇ ਪੁੱਤਰ ਦਾ ਕੀ ਨਾਮ ਸੀ? ਇਹਨਾਂ ਦੇ ਪੁੱਤਰ ਦਾ ਨਾਮ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ। ਇਹਨਾਂ ਦੀ ਸ਼ਹੀਦੀ ਤੋਂ ਬਾਅਦ ਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਗੱਦੀ 'ਤੇ ਬੈਠੇ ਸੀ। ਦੂਸਰੀ ਗੱਲ, ਆਪਣੇ ਸਿੱਖ ਧਰਮ ਦੇ ਵਿੱਚ ਪਹਿਲੇ ਸ਼ਹੀਦ ਕਿਹੜੇ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਹੋਏ ਸਨ। ਬਾਕੀ ਸਾਰੇ ਗੁਰੂ ਜੀ ਜੋਤੀ ਜੋਤ ਸਮਾਏ ਸੀ, ਇਹ ਇਕੱਲੇ ਸੀ ਜਿਹੜੇ ਸ਼ਹੀਦ ਹੋਏ ਸਨ। ਡੱਲੇ ਵਾਲੀਆ ਮਿਸਲ ਦੀ ਸਥਾਪਨਾ ਕਿਸ ਨੇ ਕੀਤੀ ਸੀ? ਗੁਲਾਬ ਸਿੰਘ ਨੇ। ਠੀਕ ਹੈ। ਡੱਲੇ ਵਾਲੀਆ ਗੁਲਾਬ ਦੀ ਕਿਹਨੇ ਕੀਤੀ ਸੀ? ਆਪਣੇ ਗੁਲਾਬ ਸਿੰਘ ਨੇ। ਬਹੁਤ ਇੰਪੋਰਟੈਂਟ ਪਲੇਸ। ਆਲੂ ਵਾਲੀਆ ਮਿਸਲ ਦੀ ਕਿਹਨੇ ਕੀਤੀ ਸੀ? ਜੱਸਾ ਸਿੰਘ ਆਲੂ ਵਾਲੀਆ ਨੇ।
ਕਿਸਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਸੀ? ਗੋਇੰਦਵਾਲ ਦੇ ਵਿੱਚ ਬੋਲੀ ਦਾ ਨਿਰਮਾਣ ਵੀ ਪੁੱਛ ਸਕਦੇ ਆ, ਕਿਹਨੇ ਕਰਵਾਇਆ ਸੀ? ਮੰਜੀ ਪ੍ਰਥਾ ਕਿਹਨੇ ਚਲਾਈ ਸੀ? ਸਾਰਾ ਕੁਝ ਜਿਹੜਾ ਕੀਤਾ ਸੀ ਆਪਣੇ ਸ਼੍ਰੀ ਗੁਰੂ ਅਮਰਦਾਸ ਨੇ। ਸਿੱਖਾਂ ਦੇ ਤੀਸਰੇ ਗੁਰੂ ਸਨ ਇਹ। ਠੀਕ ਹੈ, ਬਹੁਤ ਇੰਪੋਰਟੈਂਟ ਪ੍ਰਸ਼ਨ ਬਣ ਜਾਂਦਾ ਵੀ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਠੀਕ ਹੈ, ਜਨਮ ਕਦੋਂ ਹੋਇਆ ਸੀ ਇਹਨਾਂ ਦਾ? 1500 ਯਾਰ ਨਹੀਂ, 1500 'ਚ ਨਹੀਂ, 1479 'ਚ ਹੋਇਆ ਸੀ ਜਨਮ ਇਹਨਾਂ ਦਾ ਸ਼ਾਇਦ। ਹਾਂ, 1479 ਦੇ ਵਿੱਚ। ਕਿਸ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਇੱਕ ਆਯੁਰਵੇਦਿਕ ਜੜੀਆਂ ਬੂਟੀਆਂ ਦਾ ਹਸਪਤਾਲ ਬਣਾਇਆ? ਇਹ ਬਣਾਇਆ ਸੀ ਸ਼੍ਰੀ ਗੁਰੂ ਹਰੀ ਰਾਏ ਨੇ। ਠੀਕ ਹੈ, ਸ਼੍ਰੀ ਗੁਰੂ ਹਰੀ ਰਾਏ ਜੀ ਨੇ ਦੀ ਯਾਦ ਵਿੱਚ ਬਣਾਇਆ ਗਿਆ ਕੇਂਦਰ ਖੋਲ੍ਹਿਆ ਗਿਆ ਸੀ। ਬਣਾਇਆ ਨਹੀਂ ਸੀ ਉਹਨਾਂ ਨੇ, ਖੋਲ੍ਹਿਆ ਗਿਆ ਉਹਨਾਂ ਦੀ ਯਾਦ ਦੇ ਵਿੱਚ। ਤਾਂ ਇਹ ਹੈਗਾ ਸ਼੍ਰੀ ਗੁਰੂ। ਪੰਜਾਬ ਦਾ ਰਾਜ ਦਰਖਤ ਕਿਹੜਾ ਹੈਗਾ? ਸ਼ੀਸ਼ਮ। ਸ਼ੀਸ਼ਮ ਨੂੰ ਕੀ ਕਹਿੰਦੇ ਨੇ ਆਪਾਂ? ਟਾਹਲੀ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਇਹ ਜਿਹੇ ਪ੍ਰਸ਼ਨ ਪੇਪਰ ਦੇ ਵਿੱਚ ਦੇਖੋ ਜਿਹੜੇ ਆਪਾਂ ਨੂੰ ਸੌਖੇ ਲੱਗਦੇ ਹੁੰਦੇ ਪੇਪਰ ਨਾ, ਪੇਪਰ ਦੇ ਵਿੱਚ ਉਹ ਜਾ ਕੇ ਔਖੇ ਬਣ ਜਾਂਦੇ। ਉਦੋਂ ਪਤਾ ਨਹੀਂ ਲੱਗਦਾ ਹੁੰਦਾ ਕੁਛ ਵੀ ਆਪਾਂ ਨੂੰ ਐਂ ਲੱਗਦਾ ਕਿ ਆ ਕਿੱਧਰੋਂ ਆ ਗਿਆ, ਕਿੱਧਰੋਂ ਆ ਗਿਆ। ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈਗਾ? ਰਾਜ ਪਸ਼ੂ ਨਹੀਂ, ਇਹ ਹੈਗਾ ਕਾਲਾ ਹਿਰਨ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿ ਦਿੰਦੇ ਹਾਂ? ਬਲੈਕ ਬਕ। ਬਲੈਕ ਬਕ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ। ਇਹ ਗੱਲ ਯਾਦ ਰੱਖੀ। ਦੇਖੋ ਬਲੈਕ ਬਕ ਦਾ ਇੱਕ ਤਾਂ ਚਲੋ ਇਹ ਨਾਂ ਤਾਂ ਆ ਗਿਆ। ਇੱਕ ਪੁੱਛਿਆ ਦਾ ਰਾਸ਼ਟਰੀ ਪੰਛੀ ਕਿਹੜਾ ਪੰਜਾਬ ਦਾ? ਤਾਂ ਪੰਜਾਬ ਦਾ ਨਾ ਕਈ ਵਾਰੀ ਉਹ ਹੌਕ ਦੇ ਦਿੰਦੇ ਲਿਖਿਆ ਵਾ, ਅਤੇ ਉੱਥੇ ਬੋਲ ਜਾਂਦੇ ਕਿ ਜਿਹੜੇ ਤਾਂ ਆਪਾਂ ਪੜ੍ਹ ਕੇ ਨਹੀਂ ਗਏ ਸੀ। ਤਾਂ ਉਹਦਾ ਆਨਸਰ ਕੀ ਆਊਗਾ? ਬਾਜ। ਠੀਕ ਹੈ, ਬਾਜ ਆਊਗਾ। ਇਹ ਗੱਲ ਯਾਦ ਰੱਖਣੀ ਸਾਰੇ ਕੈਂਡੀਡੇਟਾਂ ਨੇ। ਸ਼ੀਸ਼ ਮਹਿਲ ਵਿਕਸਿਤ ਕੀਤਾ ਗਿਆ ਸੀ, ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਸ਼ੀਸ਼ ਮਹਿਲ? ਜਿਹੜਾ ਆਪਣਾ ਸ਼ੀਸ਼ ਮਹਿਲ ਆ ਭਾਈ, ਇਹ ਵਿਕਸਿਤ ਕੀਤਾ ਗਿਆ ਸੀ ਆਪਣਾ ਤਾਂ ਨਰਿੰਦਰ ਸਿੰਘ ਦੁਆਰਾ। ਜਿੱਥੇ ਵੀ ਕਿਤੇ ਸ਼ੀਸ਼ ਮਹਿਲ ਦਾ ਨਾਮ ਹੈਗਾ ਤਾਂ ਨਰਿੰਦਰ ਸਿੰਘ ਦਾ ਨਾਮ 101% ਆਉਣੀ ਆਉਣਾ ਗਾ। ਕਿਉਂਕਿ ਪਿਛਲੀ ਵਾਰ ਦੇਖਿਆ ਬੱਚੇ ਬਹੁਤ ਜ਼ਿਆਦਾ ਪ੍ਰਸ਼ਨ ਇਹ ਬੱਚੇ ਗਲਤ ਕਰਕੇ ਆਏ ਸੀ। ਰਾਜ ਪੰਛੀ ਕਿਹੜਾ ਹੈਗਾ? ਠੀਕ ਹੈ, ਦੇਖੋ ਜੇ ਤਾਂ ਪੁੱਛ ਲਿਆ ਆਪਣੇ ਭਾਰਤ ਦਾ ਰਾਜ ਪੰਛੀ ਕਿਹੜਾ? ਭਾਰਤ ਦਾ ਤਾਂ ਆਪਾਂ ਲਾ ਕੇ ਆਉਣਾ ਮੋਰ। ਠੀਕ ਹੈ, ਜੇ ਪੁੱਛ ਲਿਆ ਉਹਨੇ ਪੰਜਾਬ ਦਾ, ਤੇ ਪੰਜਾਬ ਦਾ ਬਾਜ ਹੈ। ਹੁਣ ਬਾਹਲੇ ਬੱਚੇ ਇੱਥੇ ਉਲਝ ਜਾਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਲਾ ਕੇ ਆਈਏ, ਮੋਰ ਲਾ ਕੇ ਆਈਏ ਕਿ ਬਾਜ ਲਾ ਕੇ ਆਈਏ। ਠੀਕ ਹੈ, ਤਾਂ ਇੱਥੇ ਨਹੀਂ ਉਲਝਣਾ ਤੁਸੀਂ। ਅਤੇ ਇਹ ਗੱਲ ਯਾਦ ਰੱਖਣੀ ਹੈ, ਜਿਹੜਾ ਇੰਡੀਆ ਦਾ ਉਹ ਤਾਂ ਹੈਗਾ ਮੋਰ, ਅਤੇ ਭਾਰਤ ਦਾ ਪੰਜਾਬ ਦਾ ਆਪਣਾ ਬਾਜ ਹੈਗਾ। ਠੀਕ ਹੈ, ਬਾਜ ਨੂੰ ਦੇਖੋ, ਜਿਹੜਾ ਬਾਜ ਹੈਗਾ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਕੀਤਾ ਸੀ, ਕਿਉਂ ਬਣਾਇਆ ਸੀ ਇਹਨੂੰ? ਕਿਉਂਕਿ ਜਿਹੜਾ ਬਾਜ ਹੈ ਇਹ ਇੱਕ ਅਜਿਹਾ ਜਾਨਵਰ ਹੈਗਾ, ਜਿਵੇਂ ਹੁਣ ਚੱਲ ਮੰਨ ਲਓ ਕਿ ਹਨੇਰੀ ਚੱਲ ਪਈ, ਹਨੇਰੀ ਚੱਲ ਪਈ, ਬਾਕੀ ਜਿਹੜੇ ਜਾਨਵਰ ਆ ਉਹ ਤਾਂ ਸਾਰੇ ਆਲ੍ਹਣਿਆਂ ਦੇ ਵਿੱਚ ਜਾ ਕੇ ਲੁਕ ਜਾਂਦੇ ਆ। ਪਰ ਜਿਹੜਾ ਬਾਜ ਹੈ ਇਹ ਇੱਕ ਅਜਿਹਾ ਜਾਨਵਰ ਹੈ ਜਿਹੜਾ ਉਹ ਚੀਜ਼ ਦੇ ਵਿੱਚ ਵੜਦਾ ਜਾ ਕੇ। ਜਿੱਧਰੋਂ ਕੋਈ ਮੁਸ਼ਕਿਲ ਆਉਂਦੀ ਹੈ, ਮੁਸ਼ਕਿਲ ਦਾ ਸਾਹਮਣਾ ਕਰਦਾ, ਇਹ ਭੱਜਦਾ ਨਹੀਂ ਹੈਗਾ ਮੁਸ਼ਕਿਲ ਤੋਂ। ਦੂਸਰੀ ਗੱਲ, ਸਭ ਤੋਂ ਜ਼ਿਆਦਾ ਉਚਾਈ 'ਤੇ ਉੱਡਣ ਵਾਲਾ ਜਾਨਵਰ ਵੀ ਇਹੀ ਹੈਗਾ। ਤੀਸਰੀ ਗੱਲ, ਇੱਕ ਇਹਨੂੰ ਕਦੇ ਵੀ ਆਪਾਂ ਕੈਦ ਬਣਾ ਕੇ ਨਹੀਂ ਰੱਖ ਸਕਦੇ। ਕੈਦ ਬਣਾ ਕੇ ਰੱਖਣਾ ਮਤਲਬ ਸਮਝਦੇ ਹੋ ਕਿ ਕਦੇ ਵੀ ਆਪਾਂ ਇਹਨੂੰ ਮੁਜਰਮ ਦੇ ਤੌਰ 'ਤੇ ਰੱਖ, ਜਿਵੇਂ ਤੋਤੇ ਨੂੰ ਪਿੰਜਰੇ 'ਚ ਰੱਖ ਲੈਂਦੇ, ਚਿੜੀਆਂ ਨੂੰ ਪਿੰਜਰੇ 'ਚ ਰੱਖ ਲੈਂਦੇ ਹਾਂ, ਤਾਂ ਇਹਨੂੰ ਆਪਾਂ ਪਿੰਜਰੇ ਦੇ ਵਿੱਚ ਨਹੀਂ ਰੱਖ ਸਕਦੇ। ਕਿਉਂਕਿ ਇਹਨੂੰ ਜੇ ਤੁਸੀਂ ਪਿੰਜਰੇ ਦੇ ਵਿੱਚ ਰੱਖ ਲਿਆ ਤਾਂ ਇਹਦੀ ਐਟੋਮੈਟਿਕ ਡੈਥ ਹੋ ਜਾਣੀ ਹੈ। ਠੀਕ ਹੈ, ਐਟੋਮੈਟਿਕ ਹੀ ਮਰ ਜੂਗਾ ਇਹ। ਤਾਂ ਕਰਕੇ ਇਹ ਗੁਲਾਮੀ ਨਹੀਂ ਮਹਿਸੂਸ ਕਰਦਾ। ਅਤੇ ਉਹੀ ਜਿਹੜੇ ਇਹ ਸਾਰੇ ਚਿੰਨ੍ਹ ਸੀ ਇਹ ਆਪਣੇ ਸਿੱਖਾਂ ਦੇ ਸੀ। ਤਾਂ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਬਾਜ ਰੱਖਿਆ ਹੋਇਆ ਸੀ। ਇੱਕ ਆਪਾਂ ਗੱਲ ਕਰਦੇ ਹੁੰਦੇ ਕਿ ਚਿੜੀਆਂ ਤੋਂ ਬਾਜ ਬਣਾਤੇ ਸੀ। ਉਹ ਕਿਵੇਂ ਬਣਾਏ ਸੀ? ਉਹ ਇਹ ਸੀ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ, ਤਾਂ ਜਿਹੜਾ ਉਹ ਬਾਟਾ ਸੀ ਤਿਆਰ ਕੀਤਾ ਹੋਇਆ ਅੰਮ੍ਰਿਤ ਦਾ, ਤਾਂ ਉਹ ਬਾਟੇ ਦੇ ਵਿੱਚ ਚਿੜੀਆਂ ਵੀ ਮਤਲਬ ਉਹ ਅੰਮ੍ਰਿਤ ਪੀ ਤੁਰੀ ਗਈਆਂ। ਤਾਂ ਉਹਨਾਂ ਦੇ ਵਿੱਚ ਇੰਨੀ ਹਿੰਮਤ ਆ ਗਈ ਸੀ, ਇਹ ਨਹੀਂ ਸੀ ਕਿ ਚਿੜੀਆਂ ਤੋਂ ਬਾਜ ਬਣ ਗਏ ਸੀ। ਉਹ ਪਹਿਲਾਂ ਚਿੜੀਆਂ ਸੀ, ਬਾਅਦ 'ਚ ਬਾਜ ਬਣ ਗਏ, ਦੇਖਣ 'ਚ ਬਾਜ ਬਣ ਲੱਗਣ ਲੱਗ ਗਏ। ਉਹ ਚੀਜ਼ ਨਹੀਂ ਸੀ, ਉਹਨਾਂ ਦੇ ਵਿੱਚ ਹਿੰਮਤ ਹੀ ਇੰਨੀ ਭਰਤੀ ਸੀ ਚਿੜੀਆਂ ਦੇ ਵਿੱਚ ਕਿ ਉਹ ਬਾਜਾਂ ਨਾਲ ਜਾ ਕੇ ਲੜਨ ਲੱਗ ਗਈਆਂ ਸੀ। ਠੀਕ ਹੈ, ਤਾਂ ਕਰਕੇ ਇਹਨਾਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਚਿੜੀਆਂ ਤੋਂ ਬਾਜ ਇਸ ਤਰ੍ਹਾਂ ਬਣਾਏ ਸੀ। ਠੀਕ ਹੈ, ਇਹ ਨਹੀਂ ਸੀ ਕਿ ਬਾਜ ਬਣ ਗਏ ਸੀ, ਉਹਨਾਂ ਦੀ ਹਿੰਮਤ ਹੀ ਇੰਨੀ ਆ ਗਈ ਸੀ। ਠੀਕ ਹੈ, ਬਹੁਤ ਵੱਡਾ ਇਤਿਹਾਸ ਆਪਣੇ ਸਿੱਖਾਂ ਦਾ। ਰਾਵੀ ਨਦੀ ਦਾ ਯੂਨਾਨੀ ਨੇਮ ਕੀ ਹੈ? ਉਹੀ ਆ ਗਿਆ ਹਾਈਸੀਡਰੋਸ। ਕਿਹਨੂੰ ਕਿਹਾ ਜਾਂਦਾ? ਇਹ ਤਾਂ ਕਿਹਾ ਜਾਂਦਾ ਸਤਲੁਜ ਨੂੰ। ਹਾਈਡਸਪਸ ਇਹ ਕਿਹਾ ਜਾਂਦਾ ਜਹਿਲਮ ਨੂੰ। ਸਿਸ ਕਿਹਾ ਜਾਂਦਾ ਬਿਆਸ ਨੂੰ। ਤਾਂ ਹੁਣ ਕੀ ਰਹਿ ਗਿਆ? ਹਾਈਡਰੋਸਿਸ। ਤਾਂ ਭਾਈ ਜਿਹੜਾ ਹਾਈਡਰੋਸਿਸ ਆ ਇਹ ਕਿਹਾ ਜਾਂਦਾ ਆਪਣੀ ਰਾਵੀ ਨਦੀ ਨੂੰ। ਇਹ ਗੱਲ ਯਾਦ ਰੱਖਣੀ ਹੈ। ਸੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਇਹਦਾ ਆਹ। ਠੀਕ ਹੈ,
1805 ਦੇ ਵਿੱਚ ਰਣਜੀਤ ਸਿੰਘ ਨੇ ਡੈਸ਼ ਮਿਸਲ ਤੋਂ ਅੰਮ੍ਰਿਤਸਰ ਜਿੱਤਿਆ, ਭੰਗੀ ਮਿਸਲ ਤੋਂ। ਭੰਗੀ ਮਿਸਲ ਜਿੱਤ ਲਿਆ ਸੀ। ਆਪ ਕਿਹੜੀ ਮਿਸਲ ਨਾਲ ਸੰਬੰਧਿਤ ਸਨ ਇਹ? ਸ਼ੁਕਰ ਚੱਕੀਆਂ ਮਿਸਲ ਦੇ ਨਾਲ ਸੰਬੰਧਿਤ ਸਨ। ਕੌਣ? ਆਪਣੇ ਮਹਾਰਾਜਾ ਰਣਜੀਤ ਸਿੰਘ ਜੀ। ਇਹ ਗੱਲ ਯਾਦ ਰੱਖਣੀ। ਭੰਗੀ ਮਿਸਲ ਦਾ ਸਰਦਾਰ ਕੌਣ ਸੀ? ਹਰੀ ਸਿੰਘ। ਤੇ ਆਲੂ ਵਾਲੀ ਮਿਸਲ ਦਾ ਕੌਣ ਸੀ? ਜੱਸਾ ਸਿੰਘ ਆਲੂਵਾਲੀਆ। ਦੇਖੋ ਜੀ, ਮੇਰੇ ਪੜ੍ਹਾਉਣ ਦਾ ਤਰੀਕਾ ਬੱਚੋ ਇਹੀ ਹੈਗਾ, ਕਿਉਂਕਿ ਜੇ ਮੈਂ ਪੜ੍ਹਾਉਣ ਲੱਗ ਜਾ, ਜੇ ਮੈਂ ਤੁਹਾਨੂੰ ਐਂ ਦੱਸੀ ਜਾਵਾਂ ਕਿ ਭਾਈ 1805 ਦੇ ਮਹਾਰਾਜਾ ਰਣਜੀਤ ਸਿੰਘ ਨੇ ਡੈਸ਼ ਮਿਸਲ ਤੋਂ ਅੰਮ੍ਰਿਤਸਰ ਜਿੱਤ ਲਿਆ ਸੀ, 1805 ਭੰਗੀ ਮਿਸਲ ਤੋਂ, ਬਸ ਗੱਲ ਖਤਮ। ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਪ੍ਰੀਸ਼ਨ ਦਾ ਤੁਸੀਂ ਵੀ ਪੜ੍ਹ ਲਓਗੇ, ਬਹੁਤ ਬੁੱਕਸ ਪਈਆਂ, ਸਾਡਾ ਪੰਜਾਬ ਬੁੱਕਸ ਪਈ ਹੈ, ਪੰਜਾਬ ਦੀਆਂ ਬੁੱਕਸ ਪਈਆਂ, ਜਿੱਥੋਂ ਜਾ ਕੇ ਮਰਜ਼ੀ ਚੱਕ ਲਓ। ਰੌਲਾ ਕਾਹਦਾ ਪੈਂਦਾ ਹੁੰਦਾ? ਰੌਲਾ ਪੈਂਦਾ ਹੁੰਦਾ ਐਕਸਟਰਾ ਪੁਆਇੰਟ ਦਾ। ਠੀਕ ਹੈ, ਐਕਸਟਰਾ ਪੁਆਇੰਟ ਨਹੀਂ ਪਾਸ ਕਰਾਉਣਾ ਹੁੰਦਾ ਗਾ। ਮੈਂ ਹਮੇਸ਼ਾ ਜਦੋਂ ਵੀ ਕਿਸੇ ਬੱਚੇ ਨੂੰ ਪੜ੍ਹਾਉਣਾ ਹੁੰਦਾ, ਮੈਂ ਪੜ੍ਹਾਉਣਾ ਹੁੰਦਾ ਕਨੈਕਟਿਵ ਮੈਥਡ ਨਾਲ। ਕਨੈਕਟਿਵ ਮੈਥਡ ਨਾਲ ਵਰਤਦਾ। ਕਨੈਕਟਿਵ ਮੈਥਡ ਦਾ ਕੀ ਮਤਲਬ ਹੁੰਦਾ ਗਾ? ਤੁਹਾਨੂੰ ਵੀ ਇਹੀ ਗੱਲ ਦੱਸਦਾ, ਜਦੋਂ ਵੀ ਤੁਸੀਂ ਪੜ੍ਹਨਾ ਗਾ, ਇੱਕ ਜਾਂ ਦੋ ਚੀਜ਼ਾਂ ਨੂੰ ਜੋੜ ਕੇ ਪੜ੍ਹੋ ਆਪਸ ਦੇ ਵਿੱਚ। ਇੱਕ ਪ੍ਰਸ਼ਨ ਕਦੀ ਵੀ ਯਾਦ ਨਾ ਕਰੋ, ਨਾਲ ਦੋ ਤਿੰਨ ਪ੍ਰਸ਼ਨ ਹੋਰ ਯਾਦ ਕਰੋ। ਤੁਸੀਂ ਲਿਖ ਕੇ ਦੇਣ ਨੂੰ ਤਿਆਰ ਆ, ਜੇ ਤੁਸੀਂ 5 ਚੀਜ਼ਾਂ ਵੀ ਯਾਦ ਕਰ ਲਈਆਂ ਇੱਕ ਪ੍ਰਸ਼ਨ ਨਾਲ, ਉਹਨਾਂ 'ਚ ਇੱਕ ਵੀ ਭੁੱਲ ਕੇ 4 ਤਾਂ ਤੁਹਾਡੇ ਫਿਰ ਵੀ ਯਾਦ ਹੈਗੀਆਂ ਨਾ। ਤਾਂ ਇਹ ਚੀਜ਼ ਹੁੰਦੀ ਹੈਗੀ ਹਮੇਸ਼ਾ ਹੀ ਕਨੈਕਟਿਵ ਮੈਥਡ ਨਾਲ ਪੜ੍ਹਨ ਦਾ। ਜਿਹੜਾ ਬੱਚਾ ਕਨੈਕਟਿਵ ਮੈਥਡ ਨਾਲ ਪੜ੍ਹਦਾ, ਅਤੇ ਕੋਈ ਬੱਚਾ ਇਹੋ ਜਿਹਾ ਨਹੀਂ ਹੈਗਾ ਜਿਹਦਾ ਪੇਪਰ ਨਾ ਕਲੀਅਰ ਹੋਇਆ ਹੋਵੇ। ਹਰੇਕ ਬੱਚੇ ਦਾ ਪੇਪਰ ਕਲੀਅਰ ਹੁੰਦਾ ਹੀ ਹੁੰਦਾ ਗਾ। ਠੀਕ ਹੈ, ਹੁਣ ਦੇਖੋ, ਇਹਨਾਂ ਦੇ ਵਿੱਚੋਂ ਕਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਮਕਾਲੀ ਸਨ? ਦੇਖੋ, ਅਕਬਰ ਸੀ ਜਿਹੜਾ ਇਹ ਸ਼੍ਰੀ ਗੁਰੂ, ਨਹੀਂ ਅਕਬਰ ਨਹੀਂ ਸੀ ਯਾਰ, ਬਾਬਰ ਸੀ ਗੁਰੂ ਨਾਨਕ ਦੇਵ ਸਮਕਾਲੀ। ਠੀਕ ਹੈ, ਤਾਂ ਇਹ ਗਲਤ ਹੋ ਗਿਆ ਸੀ, ਰਾਮਦਾਸ ਜੀ ਦੇ ਸਮਕਾਲੀ ਸੀ ਅਕਬਰ ਤਾਂ। ਠੀਕ ਹੈ, ਇੱਕ ਪ੍ਰਸ਼ਨ ਤਾਂ ਇਹ ਬਣ ਗਿਆ। ਦੂਸਰਾ ਗੱਲ, ਪ੍ਰਸ਼ਨ ਬਣਾ ਦਿੰਦੇ ਬਹਿਲੋਲ ਲੋਧੀ ਤੋਂ। ਬਹਿਲੋਲ ਲੋਧੀ ਕੌਣ ਸੀ? ਜਿਹਨੇ ਲੋਧੀ ਵੰਸ਼ ਦੀ ਨੀਂਹ ਰੱਖੀ ਸੀ। ਸਿਕੰਦਰ ਲੋਧੀ ਕਿਹੜਾ ਸੀ? ਇਹਨਾਂ ਦਾ ਲੋਧੀ ਵੰਸ਼ ਦਾ ਵਿਚਕਾਰਲਾ ਰਾਜਾ ਸੀ। ਇਹ ਇਬਰਾਹਿਮ ਲੋਧੀ ਕੌਣ ਸੀ? ਇਹ ਇਬਰਾਹਿਮ ਲੋਧੀ ਹੈਗਾ ਸੀ ਲੋਧੀ ਵੰਸ਼ ਦਾ ਆਖਰੀ ਸ਼ਾਸਕ, ਜਿਹਨੂੰ 1526 ਦੇ ਵਿੱਚ ਬਾਬਰ ਨੇ ਹਰਾਤਾ ਸੀ ਅਤੇ ਦਿੱਲੀ ਨੂੰ ਆਪਦੇ ਕਬਜ਼ੇ 'ਚ ਕਰ ਲਿਆ ਸੀ, ਅਤੇ ਮੁਗਲ ਵੰਸ਼ ਦੀ ਨੀਂਹ ਰੱਖੀ ਸੀ ਇਬਰਾਹਿਮ ਲੋਧੀ ਨੂੰ ਹਰਾ ਕੇ। ਠੀਕ ਹੈ, ਇਸ ਤਰ੍ਹਾਂ ਹੁੰਦਾ। ਹੁਣ 4 ਆਪਸ਼ਨ ਆਪਾਂ ਸੀ, 4 ਆਪਸ਼ਨ ਦੇ ਵਿੱਚ ਤੁਹਾਨੂੰ ਫੀਲ ਹੋਣ ਦਿੱਤਾ ਹੈਗਾ, ਨਾਲ ਤਾਂ ਆਪਸ਼ਨ ਕੰਮ ਆ ਗਈਆਂ ਆਪਣੇ। ਹੁਣ ਮੰਨ ਲਓ ਆਪਾਂ ਪ੍ਰਸ਼ਨ ਯਾਦ ਕਰਨਾ ਸੀ, ਹੁਣ ਮੈਨੂੰ ਇਹਨਾਂ ਨੇ ਆਨਸਰ ਤਾਂ ਲਾਇਆ ਪਿਆ ਹੈਗਾ। ਜੇ ਆਪਾਂ ਨੂੰ ਪਤਾ ਸੀ ਇਹ ਚੀਜ਼ ਬਾਰੇ, ਤਾਂ ਹੀ ਆਪਾਂ ਕਿਤੇ ਆਪਾਂ ਨੂੰ ਪਤਾ ਲੱਗ ਗਿਆ। ਅਕਬਰ ਤਾਂ ਹੈ ਨਹੀਂ ਸੀ, ਅਕਬਰ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਸਮਕਾਲੀ ਸੀ, ਜਿਹਨੇ ਬੀਬੀ ਭਾਨੀ ਨੂੰ ਅੰਮ੍ਰਿਤਸਰ ਵਾਸਤੇ ਜ਼ਮੀਨ ਦਿੱਤੀ ਸੀ, ਰਾਮਦਾਸਪੁਰਾ ਵਸਾਉਣ ਵਾਸਤੇ। ਇਹ ਤਾਂ ਮੈਂ ਪਹਿਲਾਂ ਹੀ ਐਲੀਮੀਨੇਟ ਕਰਤਾ। ਜਿਹੜੇ ਬਹਿਲੋਲ ਲੋਧੀ ਸੀ, ਹਾਂ, ਇਹ ਪ੍ਰਸ਼ਨ ਆ ਸਕਦਾ ਹੈਗਾ ਜੇ ਇੱਥੇ A ਐਂਡ B ਆਪਸ਼ਨ ਹੁੰਦਾ, ਕਿਉਂਕਿ ਜਿਹੜਾ ਬਾਬਰ ਸੀ ਅਤੇ ਇੱਕ ਹੈਗਾ ਸੀ ਆਪਣਾ ਸਿਕੰਦਰ ਇਬਰਾਹਿਮ ਲੋਧੀ। ਜੇ ਪ੍ਰਸ਼ਨ ਆ ਜਾਂਦਾ ਕਿ ਇਬਰਾਹਿਮ ਲੋਧੀ ਕਿਹਦਾ ਸਮਕਾਲੀ ਸੀ, ਉਹ ਵੀ ਨਾਨਕ ਦੇਵ ਜੀ ਦਾ ਸੀ, ਕਿਉਂਕਿ ਬਾਬਰ 'ਤੇ ਜਦੋਂ ਇਬਰਾਹਿਮ ਲੋਧੀ ਦੀ ਪਹਿਲੀ ਪਾਣੀਪਤ ਦੀ ਲੜਾਈ ਹੋਈ ਸੀ 1526 ਈਸਵੀ ਦੇ ਵਿੱਚ, ਤਾਂ ਉਹਦੇ ਵਿੱਚ, ਠੀਕ ਹੈ, ਉਹ ਇਕੱਠਿਆਂ ਦੀ ਹੋਈ ਸੀ, ਤਾਂ ਉਹ ਵੀ ਇੱਕ ਦੂਜੇ ਸਮਕਾਲੀ ਸੀ। ਨਾਨਕ ਦੇਵ ਜੀ ਇਹਨਾਂ ਦੇ ਸਮਕਾਲੀ ਸੀ। ਇਹ ਗੱਲ ਯਾਦ ਰੱਖਣੀ ਹੈ। ਤਿੰਨੇ ਆਨਸਰ ਇੱਕ ਪ੍ਰਸ਼ਨ ਹੀ ਬਣ ਸਕਦਾ ਇਹਨਾਂ ਤੋਂ। ਠੀਕ ਹੈ, ਕਿਹੜਾ ਸ਼ਹਿਰ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈਗਾ? ਸਿਫਤੀ ਦਾ ਘਰ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈਗਾ? ਦੇਖੋ, ਇਹ ਜਾਣਿਆ ਜਾਂਦਾ ਆਪਣਾ ਅੰਮ੍ਰਿਤਸਰ। ਅੰਮ੍ਰਿਤਸਰ ਨੂੰ ਆਪਾਂ ਸਿਫਤੀ ਦੇ ਘਰ ਵਜੋਂ ਜਾਣਦੇ ਹਾਂ। ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈ ਇਹ। ਪੁੱਛਣ ਦੇ ਫੁੱਲ। ਦਮਦਮਾ ਸਾਹਿਬ ਕਿੱਥੇ ਹੈ? ਤਲਵੰਡੀ ਸਾਬੋ ਵਿਖੇ ਹੈ। ਜਲੰਧਰ ਕੀ ਆਪਣੀ ਸਭ ਤੋਂ ਵੱਡੀ ਡਿਵੀਜ਼ਨ ਹੈਗੀ। ਅਨੰਦਪੁਰ ਸਾਹਿਬ ਦੇ ਵਿੱਚ ਕੀ ਬਣਿਆ ਹੋਇਆ ਹੈ? ਵਿਰਾਸਤ-ਏ ਖਾਲਸਾ। ਕੋਈ ਪੇਡ ਕੋਰਸ ਵਾਲਾ ਨਹੀਂ ਤੁਹਾਨੂੰ ਇੱਦਾਂ ਪੜ੍ਹਾ ਸਕਦਾ ਬੱਚਿਓ। ਠੀਕ ਹੈ, ਪਰ ਆਪਾਂ ਨੂੰ ਇਹ ਹੈ ਕਿ ਕੋਈ ਵੀ ਬੱਚਾ ਨੌਕਰੀ ਲੱਗ ਜੇ, ਬਹੁਤ ਵਧੀਆ ਗੱਲ ਹੈ, ਆਪਾਂ ਨੂੰ ਖੁਸ਼ੀ ਹੋਊਗੀ। ਠੀਕ ਹੈ, ਮੁਹੰਮਦ ਗਜ਼ਨੀ ਨੇ ਪੰਜਾਬ 'ਤੇ ਕਿੰਨੀ ਵਾਰ ਹਮਲਾ ਕੀਤਾ? 17 ਵਾਰ ਭਾਈ ਹਮਲਾ ਕੀਤਾ ਸੀ ਇਹਨੇ। ਦੇਖ ਲਓ, 17 ਵਾਰ, ਮਤਲਬ ਵਾਰੀ ਵਾਰੀ ਪੰਜਾਬ ਨੂੰ ਲੁੱਟਣ ਆ ਜਾਂਦੀ, ਵਾਰੀ ਵਾਰੀ ਪੰਜਾਬ ਨੂੰ ਲੁੱਟਣ ਆ ਜਾਂਦਾ ਸੀ। ਠੀਕ ਹੈ, ਅਤੇ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ, ਅਤੇ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਖੇਡ ਕਿਹੜੀ ਹੈ? ਪੰਜਾਬ ਦੀ ਸਭ ਤੋਂ ਮਸ਼ਹੂਰ ਖੇਡ ਦੀ ਗੱਲ ਨਹੀਂ ਕਰਦਾ, ਪੰਜਾਬ ਦੀ ਸਭ ਤੋਂ ਰਾਸ਼ਟਰੀ ਖੇਡ ਵੀ ਪੁੱਛ ਸਕਦੇ ਆਪਾਂ ਤੋਂ ਕਿਹੜੀ ਹੈ। ਦੇਖੋ ਜੀ, ਤਾਂ ਜਿਹੜੀ ਕਬੱਡੀ ਆਪਣੀ ਇਹ ਪੰਜਾਬ ਦੀ ਸਭ ਤੋਂ ਮਸ਼ਹੂਰ ਖੇਡ ਹੈ, ਅਤੇ ਆਪਣੀ ਰਾਸ਼ਟਰੀ ਖੇਡ ਕਿਹੜੀ ਹੈ? ਹਾਕੀ। ਇਹ ਗੱਲ ਯਾਦ ਰੱਖਣੀ ਹੈ। ਪੰਜਾਬ ਦੇ ਵਿੱਚ ਲੋਕ ਸਭਾ ਨੇ ਕਿੰਨੀਆਂ ਸੀਟਾਂ? ਲੋਕ ਸਭਾ ਤੋਂ ਜਿੱਤ ਕੇ ਬੰਦਾ ਕੀ ਬਣਦਾ ਗਾ? MP ਬਣਦਾ ਗਾ। ਲੋਕ ਸਭਾ ਤੋਂ ਜਿੱਤ ਕੇ ਬੰਦਾ ਕੀ ਬਣਦਾ? MP ਫੁੱਲ ਫਾਰਮ ਹੈਗੀ ਮੈਂਬਰ ਆਫ ਪਾਰਲੀਮੈਂਟ। ਠੀਕ ਹੈ, ਅਤੇ ਇਹਦੀਆਂ ਕਿੰਨੀਆਂ ਸੀਟਾਂ? ਆਪਣੇ 13 ਸੀਟਾਂ ਹੈਗੀਆਂ।
ਓਕੇ। ਅਤੇ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਆਪਣੇ 17 ਸੀਟਾਂ। ਅਤੇ ਆਪਣੀ ਜਿਹੜੀ ਪੰਜਾਬ ਹੈ ਇਹ ਯੂਨੀਕੈਮਰਲ ਹੈਗੀ। ਠੀਕ ਹੈ, ਹੁਣ ਮੈਂ ਵਾਰੀ ਵਾਰੀ ਸਮਝਾਉਂਦਾ ਯੂਨੀਕੈਮਰਲ ਕੀ ਹੁੰਦਾ, ਬਾਈ ਕੈਮਰਲ ਕੀ ਹੁੰਦੀ, ਬਹੁਤ ਵਾਰੀ ਕਰਵਾਤਾ। ਆ ਗਏ ਆਪਣੇ ਵਿਧਾਨ ਸਭਾ ਦੀਆਂ ਸੀਟਾਂ ਜਿਹਦੇ ਤੋਂ ਜਿੱਤ ਕੇ ਬੰਦਾ MLA ਬਣਦਾ, ਮੈਂਬਰ ਆਫ ਲੈਕਸਲੇਚਰ ਅਸੈਂਬਲੀ। ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ? 7 ਸੀਟਾਂ। ਕਿੰਨਾ ਕਾਰਜਕਾਲ ਹੁੰਦਾ? 6 ਸਾਲ ਦਾ। ਹਰੇਕ 2 ਸਾਲਾਂ ਬਾਅਦ ਇਹ 2/3 ਮੈਂਬਰ ਬਦਲੇ ਜਾਂਦੇ ਆ। 2/3 ਮੈਂਬਰ ਕਿਵੇਂ ਬਦਲੇ ਜਾਂਦੇ ਆ? 6 ਸਾਲ ਦਾ ਕਾਰਜ ਹੁੰਦਾ, 2/3 ਮੈਂਬਰ 4 ਬਦਲੇ ਜਾਂਦੇ ਆ। ਠੀਕ ਹੈ, ਇਸ ਤਰ੍ਹਾਂ ਨਾਲ ਹੁੰਦਾ ਇਹਦਾ ਪ੍ਰੋਸੈਸ। ਜੇ 6 ਮੈਂਬਰ ਆ ਤਾਂ 4 ਬਦਲੇ ਜਾਣਗੇ ਇਹਦੇ 'ਚ। ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸੀ? ਗੋਪੀ ਚੰਦ। ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ? ਚੰਦੂ। ਸਪੀਕਰ ਕੌਣ ਸੀ? ਕਪੂਰ। ਤਾਂ ਇਹ ਚੀਜ਼ਾਂ ਯਾਦ ਕਰ ਲਿਓ ਨਾਲ। ਪੰਜਾਬ ਦੇ ਵਿੱਚ ਪਹਿਲੇ ਗਵਰਨਰ ਕੌਣ ਸੀ? ਚੰਦੂ ਲਾਲ ਤ੍ਰਿਵੇਦੀ। ਇਹ ਤੁਹਾਨੂੰ ਕਰਵਾ ਕੇ ਗਿਆ ਹੋਇਆ ਹੁਣੀ। ਠੀਕ ਹੈ, ਇਸ ਤੋਂ ਬਾਅਦ ਅੱਗੇ ਹੋਰ ਪਲੇਲਿਸਟ ਆ ਗਈ ਅਤੇ ਇਹ ਆਪਾਂ ਫੇਰ ਕਰਾਂਗੇ ਪੁੱਤਰੋ। ਅਤੇ ਕਿਉਂਕਿ ਇਹ ਵੀ ਪ੍ਰਸ਼ਨ ਜ਼ਿਆਦਾ ਵਗ ਜਾਣਗੇ ਥੋੜ੍ਹੇ ਜਿਹੇ, ਤਾਂ ਤੁਸੀਂ ਅੱਜ ਆਹ ਲਾ ਲਓ 100 ਨੰਬਰ ਦਾ। ਅਤੇ ਇਹਦੀ ਵੀਡੀਓ ਬਾਕੀ ਤੁਹਾਨੂੰ ਮੈਂ ਕੱਲ੍ਹ ਨੂੰ ਵਿੱਚ ਇਹਦੇ ਹੋਰ ਐਡ ਕਰਕੇ, ਕਿਉਂਕਿ ਪ੍ਰਸ਼ਨ ਉਹ ਥੋੜ੍ਹੀ ਹੈਗੇ, ਉਹਦੇ 'ਚ ਮੈਂ ਹੋਰ ਪ੍ਰਸ਼ਨ ਐਡ ਕਰਕੇ ਤੁਹਾਨੂੰ ਉਹ ਕਰਵਾ ਦੂੰਗਾ ਕੱਲ੍ਹ ਨੂੰ। ਠੀਕ ਹੈ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।